हाँ जी स्टूडेंट्स, 12वीं क्लास ਦੇ ਤੀਸਰੇ ਚੈਪਟਰ ਥਿੰਕਿੰਗ ਆਊਟ ਆਫ ਦਾ ਬਾਕਸ ਲੇਟਰਲ ਥਿੰਕਿੰਗ ਬਾय ਐਡਵਰਡ ਡੀ ਬੋਨੋ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਐਂਡ ਐਨਾਲਿਸਿਸ ਆਫ ਦੀ ਐਸੇ ਦੇ ਵਿੱਚ ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ। ਤਾਂ ਸਟੂਡੈਂਟਸ, ਮੈਂ ਸਾਰਿਆਂ ਨੂੰ ਇਹ ਅਪੀਲ ਕਰੂੰਗਾ ਕਿ ਜੇਕਰ ਤੁਸੀਂ ਇਸ ਚੈਪਟਰ ਦਾ ਪਹਿਲਾ ਪਾਰਟ ਨਹੀਂ ਦੇਖਿਆ ਤਾਂ ਤੁਸੀਂ ਜ਼ਰੂਰ ਦੇਖੋ। ਮੈਂ ਉੱਪਰ ਤੁਹਾਨੂੰ ਉਸ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ ਤੇ ਉਸ ਤੋਂ ਬਾਅਦ ਹੀ ਇਸ ਚੈਪਟਰ ਨੂੰ ਅੱਗੇ ਕੰਟੀਨਿਊ ਕਰਨ ਦਾ ਫਾਇਦਾ ਹੈ। ਜਿਨ੍ਹਾਂ ਨੇ ਦੇਖ ਰੱਖਿਆ ਹੈ ਉਹ ਕੰਟੀਨਿਊ ਕਰ ਸਕਦੇ ਨੇ। ਤਾਂ ਰਾਈਟਰ ਅੱਗੇ ਲਿਖਦੇ ਨੇ ਕਿ ਹੇਅਰ ਇਜ਼ ਅਨਦਰ ਸਟੋਰੀ ਦੈਟ ਇਲਸਟ੍ਰੇਟਸ ਦਾ ਯੂਜ਼ ਆਫ ਲੇਟਰਲ ਥਿੰਕਿੰਗ। ਤਾਂ ਅਸੀਂ ਬੇਟਾ ਪਹਿਲਾਂ ਪੜ੍ਹ ਚੁੱਕੇ ਕਿ ਇੱਕ ਲੜਕੀ ਆਪਣੀ ਲੇਟਰਲ ਥਿੰਕਿੰਗ ਯੂਜ਼ ਕਰਦੇ ਹੋਏ ਕਿਸ ਤਰ੍ਹਾਂ ਇੱਕ ਹਾਰੀ ਹੋਈ ਬਾਜ਼ੀ ਨੂੰ ਜਿੱਤ ਜਾਂਦੀ ਹੈ। ਤਾਂ ਇੱਕ ਅਨਦਰ ਸਟੋਰੀ, ਇੱਕ ਹੋਰ ਸਟੋਰੀ ਇੱਥੇ ਤੁਹਾਨੂੰ ਦਿੱਤੀ ਗਈ ਹੈ ਉਦਾਹਰਨ ਦੇ ਤੌਰ 'ਤੇ। ਇਲਸਟ੍ਰੇਟ ਦਾ ਮਤਲਬ ਉਦਾਹਰਨ ਵਜੋਂ ਤੁਹਾਨੂੰ ਦਿੱਤੀ ਗਈ ਹੈ, ਜਿਸ ਦੇ ਵਿੱਚ ਲੇਟਰਲ ਥਿੰਕਿੰਗ ਨੂੰ ਯੂਜ਼ ਕੀਤਾ ਗਿਆ। ਤਾਂ ਤੁਹਾਨੂੰ ਮੈਂ ਚੈਪਟਰ ਸ਼ੁਰੂ ਕਰਵਾਉਣ ਵੇਲੇ ਕਿਹਾ ਸੀ ਕਿ ਇਸ ਚੈਪਟਰ ਦੇ ਵਿੱਚ ਦੋ ਸਟੋਰੀਜ਼ ਨੂੰ ਰਾਈਟਰ ਨੇ ਦੱਸਿਆ, ਜਿਸ ਦੀ ਮਦਦ ਦੇ ਨਾਲ ਉਸਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੀ ਲਾਈਫ ਦੇ ਵਿੱਚ ਲੇਟਰਲ ਥਿੰਕਿੰਗ ਦੀ ਕਿੰਨੀ ਜ਼ਿਆਦਾ ਇੰਪੋਰਟੈਂਸ ਹੈ। ਤਾਂ ਦੂਸਰੀ ਸਟੋਰੀ ਹੁਣ ਰਾਈਟਰ ਸਾਨੂੰ ਦੱਸ ਰਹੇ ਨੇ। A millionaire named Thomas walked into a popular bank in the middle of New York City and requested to speak to a loan officer. ਪਹਿਲੀ ਸਟੋਰੀ ਇੱਕ ਇੰਡੀਅਨ ਵਿਲੇਜ ਦੀ ਸੀ, ਭਾਰਤੀ ਪਿੰਡ ਦੀ ਸੀ, ਲੇਕਿਨ ਦੂਸਰੀ ਸਟੋਰੀ ਨਿਊਯਾਰਕ ਸਿਟੀ ਦੀ ਹੈ। ਨਿਊਯਾਰਕ ਸਿਟੀ ਤੁਹਾਨੂੰ ਪਤਾ ਹੈ USA ਦੇ ਵਿੱਚ ਹੈ। ਤਾਂ ਉੱਥੇ ਇੱਕ ਕਰੋੜਪਤੀ, ਮਿਲੀਅਨੀਅਰ ਕਰੋੜਪਤੀ ਨੂੰ ਕਿਹਾ ਜਾਂਦਾ ਹੈ, ਉਸ ਦਾ ਨਾਮ ਹੈ ਜੀ ਥੋਮਸ। ਤਾਂ ਥੋਮਸ ਨਾਮ ਦਾ ਇੱਕ ਕਰੋੜਪਤੀ ਇੱਕ ਬਹੁਤ ਹੀ ਮਸ਼ਹੂਰ ਬੈਂਕ ਦੇ ਵਿੱਚ ਆਉਂਦਾ ਹੈ। ਵਾਕਡ ਇਨਟੂ ਬੈਂਕ ਦੇ ਵਿੱਚ ਆਉਂਦਾ ਹੈ। ਨਿਊਯਾਰਕ ਸਿਟੀ ਦੇ ਬਿਲਕੁਲ ਮਿਡਲ 'ਚ ਉਹ ਵਿਚਕਾਰ ਇਹ ਬੈਂਕ ਸਥਿਤ ਹੈ ਅਤੇ ਉਹ ਰਿਕੁਐਸਟ ਕਰਦਾ ਹੈ ਕਿ ਮੈਂ ਲੋਨ ਆਫਿਸਰ ਦੇ ਨਾਲ ਗੱਲ ਕਰਨੀ। ਤੁਹਾਨੂੰ ਪਤਾ ਬੈਂਕ ਦੇ ਵਿੱਚ ਬਹੁਤ ਸਾਰੇ ਆਫਿਸਰਸ ਹੁੰਦੇ ਨੇ ਅਤੇ ਇੱਕ ਲੋਨ ਆਫਿਸਰ ਹੁੰਦਾ ਜਿਸ ਤੋਂ ਜਾ ਕੇ ਕੋਈ ਵੀ ਕਲਾਇੰਟ, ਕੋਈ ਕਸਟਮਰ ਆਪਣਾ ਲੋਨ ਪਾਸ ਕਰਾ ਸਕਦਾ। He did not inform the staff of his immense riches, but he simply said that he was going away on business for a few weeks. ਹੁਣ ਉਹ ਸਟਾਫ ਨੂੰ ਇਨਫੋਰਮ ਨਹੀਂ ਕਰਦਾ। ਹੀ ਦਾ ਮਤਲਬ ਥੋਮਸ ਨੂੰ ਹੀ ਕਿਹਾ ਗਿਆ ਹੈ। ਤਾਂ ਥੋਮਸ ਸਟਾਫ ਨੂੰ, ਮਤਲਬ ਬੈਂਕ ਦੇ ਸਟਾਫ ਨੂੰ ਇਹ ਨਹੀਂ ਦੱਸਦਾ ਕਿ ਉਹ ਕਿੰਨਾ ਅਮੀਰ ਹੈ। ਤਾਂ ਇਮੈਂਸ ਇੱਥੇ ਇੱਕ ਸ਼ਬਦ ਆਇਆ ਹੈ। ਇਮੈਂਸ ਦਾ ਮਤਲਬ ਹੁੰਦਾ ਹੈ ਐਕਸਟ੍ਰੀਮਲੀ ਲਾਰਜ। ਐਕਸਟ੍ਰੀਮਲੀ ਲਾਰਜ ਦਾ ਮਤਲਬ ਬਹੁਤ ਜ਼ਿਆਦਾ। ਇਸ ਦਾ ਮਤਲਬ ਹੁੰਦਾ ਹੈ ਇਮੈਂਸ, ਬਹੁਤ ਜ਼ਿਆਦਾ ਅਮੀਰ ਹੈ ਉਹ ਇਹ ਗੱਲ ਸਟਾਫ ਦੇ ਕਿਸੇ ਮੈਂਬਰ ਨੂੰ ਨਹੀਂ ਦੱਸਦਾ। ਉਹ ਸਿਰਫ ਇਹ ਕਹਿੰਦਾ ਹੈ ਕਿ ਉਹ ਬਿਜ਼ਨਸ ਦੇ ਲਈ ਕੁਝ ਹਫ਼ਤਿਆਂ ਲਈ ਬਾਹਰ ਚੱਲਿਆ, ਗੋਇੰਗ ਅਵੇ, ਬਾਹਰ ਜਾ ਰਿਹਾ। ਕਿੱਥੇ ਜਾ ਰਿਹਾ? ਟੂ ਅਨਦਰ ਕੰਟਰੀ, ਕਿਸੇ ਹੋਰ ਦੇਸ਼ ਜਾ ਰਿਹਾ। ਐਂਡ ਨੀਡਿਡ ਟੂ ਬੋਰੋ ਅ ਸਮੋਲ ਸਮ ਆਫ ਮਨੀ $5,000 ਅਤੇ ਉਸ ਨੂੰ ਬਾਹਰ ਜਾਣ ਦੇ ਲਈ ਇੱਕ ਬਹੁਤ ਹੀ ਛੋਟੇ ਜਿਹੇ ਅਮਾਊਂਟ ਆਫ ਮਨੀ, ਸਮ ਆਫ ਮਨੀ, ਥੋੜ੍ਹਾ ਜਿਹਾ ਪੈਸਾ ਚਾਹੀਦਾ ਹੈ। ਬੋਰੋ ਦਾ ਮਤਲਬ ਉਧਾਰ ਲੈਣਾ ਚਾਹੁੰਦਾ ਹੈ। ਕਿੰਨਾ ਹੈ ਜੀ ਉਹ? $5,000। ਤੁਹਾਨੂੰ ਪਤਾ USA ਦੇ ਵਿੱਚ ਡਾਲਰ ਚੱਲਦੇ ਹੈ। ਤਾਂ $5,000 ਲੈਣਾ ਚਾਹੁੰਦਾ। ਜੇ ਅਸੀਂ ਇਹਨੂੰ ਭਾਰਤੀਆਂ ਰੁਪਇਆਂ ਦੇ ਵਿੱਚ ਕਨਵਰਟ ਕਰੀਏ ਤਾਂ ਆਲਮੋਸਟ ਇਹ 3.5 ਲੱਖ ਰੁਪਇਆ ਬਣਦਾ। ਤਾਂ ਇੰਨੇ ਕੁ ਪੈਸੇ ਉਸ ਨੂੰ ਚਾਹੀਦੇ ਨੇ ਬਾਹਰ ਜਾਣ ਦੇ ਲਈ। ਬੈਂਕਸ ਬੀਇੰਗ ਬੈਂਕਸ ਦੇ ਇਮੀਡੀਏਟਲੀ ਆਸਕਡ ਫੋਰ ਸਿਕਿਉਰਿਟੀ ਔਨ ਦਾ ਲੋਨ। ਹੁਣ ਬੈਂਕਸ ਦਾ ਮਤਲਬ ਬੈਂਕਸ ਤਾਂ ਬੈਂਕਸ ਹੁੰਦੇ ਨੇ, ਉਹਨਾਂ ਨੇ ਤਾਂ ਬੈਂਕ ਵਾਂਗੂ ਹੀ ਵਿਵਹਾਰ ਕਰਨਾ। ਤਾਂ ਉਹ ਕਹਿੰਦੇ ਨੇ ਇਮੀਡੀਏਟਲੀ ਮਤਲਬ ਉਸੇ ਸਮੇਂ, ਇੱਕਦਮ ਉਹ ਕਹਿੰਦੇ ਨੇ ਕਿ ਚਲੋ ਲੋਨ ਤਾਂ ਅਸੀਂ ਤੁਹਾਨੂੰ ਦੇ ਦਿੰਦੇ ਹਾਂ, ਬਟ ਸਿਕਿਉਰਿਟੀ ਦਾ ਦੱਸੋ, ਸਿਕਿਉਰਿਟੀ ਤਾਂ ਦਿਓ ਲੋਨ ਦੀ। ਆਪਾਂ ਵੈਸੇ ਵੀ ਕਦੇ ਵੀ ਬੈਂਕ ਦੇ ਵਿੱਚ ਲੋਨ ਲੈਣ ਜਾਈਏ ਤਾਂ ਸਾਨੂੰ ਸਿਕਿਉਰਿਟੀ ਵਜੋਂ ਕੋਈ ਨਾ ਕੋਈ ਚੀਜ਼ ਰੱਖਣੀ ਪੈਂਦੀ ਹੈ। ਤਾਂ ਬੈਂਕ ਕਹਿੰਦਾ ਕਿ ਠੀਕ ਹੈ, ਤੈਨੂੰ ਅਸੀਂ $5,000 ਦਾ ਲੋਨ ਦੇ ਦਿੰਦੇ ਹਾਂ, ਲੇਕਿਨ ਤੂੰ ਸਾਨੂੰ ਕੋਈ ਸਿਕਿਉਰਿਟੀ ਵੱਲੋਂ ਚੀਜ਼ ਦਿਖਾ। ਤਾਂ ਥੋਮਸ pointed out of the window to the shiny new Ferrari parked right in front of the bank. ਤਾਂ ਥੋਮਸ ਕੀ ਕਰਦਾ? ਥੋਮਸ ਪੁਆਇੰਟ ਆਊਟ ਕਰਦਾ ਹੈ, ਵਿੰਡੋ ਵੱਲ ਇਸ਼ਾਰਾ ਕਰਦਾ ਹੈ, ਬੈਂਕ ਦੀ ਖਿੜਕੀ ਵੱਲ ਇਸ਼ਾਰਾ ਕਰਦਾ ਹੈ। ਅਤੇ ਖਿੜਕੀ ਤੋਂ ਬਾਹਰ ਕੀ ਚੀਜ਼ ਹੈ ਜੀ? ਸ਼ਾਈਨੀ ਨਿਊ ਫੈਰਾਰੀ ਪਾਰਕਡ ਰਾਈਟ ਇਨ ਫਰੰਟ ਆਫ ਦਾ ਬੈਂਕ। ਤਾਂ ਬੈਂਕ ਦੇ ਬਿਲਕੁਲ ਸਾਹਮਣੇ ਇੱਕ ਸ਼ਾਈਨ ਕਰਦੀ ਹੋਈ, ਚਮਕੀਲੀ, ਚਮਕ ਮਾਰਦੀ ਹੋਈ ਨਵੀਂ ਫੈਰਾਰੀ ਕਾਰ। ਤਾਂ ਫੈਰਾਰੀ ਕਾਰ ਤੁਹਾਨੂੰ ਪਤਾ ਬਹੁਤ ਹੀ ਜ਼ਿਆਦਾ ਮਹਿੰਗੀ ਕਾਰ ਹੁੰਦੀ ਹੈ। ਇਹਦੀ ਕੀਮਤ ਹੀ ਕਰੋੜਾਂ ਤੋਂ ਸਟਾਰਟ ਹੁੰਦੀ ਹੈ। ਤਾਂ ਫੈਰਾਰੀ ਕਾਰ ਬਿਲਕੁਲ ਬੈਂਕ ਦੇ ਸਾਹਮਣੇ ਪਾਰਕ ਹੋਈ ਵੀ ਹੁੰਦੀ ਹੈ। ਪਾਰਕਡ ਰਾਈਟ ਇਨ ਫਰੰਟ ਆਫ ਦਾ ਬੈਂਕ। ਇਨ ਫਰੰਟ ਆਫ ਦਾ ਮਤਲਬ ਬਿਲਕੁਲ ਸਾਹਮਣੇ। ਇਹਦਾ ਮਤਲਬ ਉਹ ਹੋ ਗਿਆ ਕਿ ਉਹ ਇਸ $5,000 ਦੇ ਲਈ ਸਿਕਿਉਰਿਟੀ ਵਜੋਂ ਕੀ ਰੱਖ ਰਿਹਾ ਹੈ? ਫੈਰਾਰੀ ਕਾਰ। ਉਹ ਫੈਰਾਰੀ ਕਾਰ ਕਹਿੰਦਾ ਕਿ ਮੇਰੀ ਰੱਖ ਲਓ ਅਤੇ ਮੈਨੂੰ $5,000 ਦਾ ਲੋਨ ਦੇ ਦਿਓ।
ਹੀ ਟੁੱਕ ਦਾ ਟਾਈਟਲ ਪੇਪਰ ਵਰਕ ਐਂਡ ਕੀਜ਼ ਆਊਟ ਆਫ ਹਿਸ ਪੋਕਟ। ਤਾਂ ਹੁਣ ਉਹ ਕੀ ਕਰਦਾ, ਉਹ ਆਪਣਾ ਜੋ ਵੀ, ਕਿਉਂਕਿ ਹਰ ਇੱਕ ਆਪਾਂ ਨੂੰ ਡਾਕੂਮੈਂਟਸ ਦੇਣੇ ਪੈਂਦੇ ਨਾ, ਹਰ ਇੱਕ ਪਰਸਨ ਨੂੰ ਡਾਕੂਮੈਂਟਸ ਦੇਣੇ ਪੈਂਦੇ ਆ, ਤਾਂ ਉਹ ਆਪਣੇ ਡਾਕੂਮੈਂਟਸ ਵਗੈਰਾ, ਪੇਪਰ ਵਰਕ ਅਤੇ ਕਾਰ ਦੀਆਂ ਚਾਬੀਆਂ ਆਪਣੀ ਪੋਕਟ ਦੇ ਵਿੱਚੋਂ ਕੱਢਦਾ ਹੈ, ਜੇਬ ਦੇ ਵਿੱਚੋਂ ਕੱਢਦਾ ਹੈ, ਐਂਡ ਸਲੈਪ ਦੈਮ ਡਾਊਨ ਔਨ ਦਾ ਕਾਊਂਟਰ ਲਾਈਕ ਅ ਮੈਨ ਔਨ ਅ ਮਿਸ਼ਨ। ਅਤੇ ਉਹਨਾਂ ਸਾਰਿਆਂ ਨੂੰ ਚੁੱਪ ਕਰਾ ਦਿੰਦਾ ਨਾ। ਇੱਥੇ ਇੱਕ ਵਰਡ ਆਇਆ ਹੈ ਸਲੈਪ ਦੈਮ ਡਾਊਨ। ਵੈਸੇ ਤਾਂ ਸਲੈਪ ਦਾ ਮਤਲਬ ਕੀ ਹੁੰਦਾ ਤੁਸੀਂ ਸਾਰੇ ਜਣੇ ਜਾਣਦੇ ਹੋ। ਸਲੈਪ ਦਾ ਮਤਲਬ ਵੈਸੇ ਥੱਪੜ ਮਾਰਨ ਨੂੰ ਕਿਹਾ ਜਾਂਦਾ, ਲੇਕਿਨ ਇੱਥੇ ਥੱਪੜ ਮਾਰਨਾ ਨਹੀਂ ਹੈ, ਕਿਉਂਕਿ ਸਲੈਪ ਦੇ ਨਾਲ ਡਾਊਨ ਆ ਗਿਆ। ਤਾਂ ਜੇਕਰ ਸਲੈਪ ਦੇ ਨਾਲ ਡਾਊਨ ਆ ਜੇ ਤਾਂ ਮਤਲਬ ਥੋੜ੍ਹਾ ਜਿਹਾ ਚੇਂਜ ਹੋ ਜਾਂਦਾ ਹੈ। ਸਲੈਪ ਡਾਊਨ ਦਾ ਮਤਲਬ ਚੁੱਪ ਕਰਾ ਦੇਣਾ। ਮਤਲਬ ਜੋ ਸਪੋਜ਼ ਕਰੋ ਆਪਾਂ ਬੈਂਕ 'ਚ ਜਾਈਏ ਹੈ ਨਾ, ਤਾਂ ਆਪਾਂ ਨੂੰ ਤਰ੍ਹਾਂ ਦੇ ਆਫਿਸਰ ਕਹਿੰਦੇ ਆਹ ਡਾਕੂਮੈਂਟ ਲਿਆਓ ਜੀ, ਇਹ ਕਰੋ ਵੋ ਕਰੋ, ਤਾਂ ਆਪਾਂ ਇੱਕਦਮ ਸਾਰੇ ਡਾਕੂਮੈਂਟਸ ਰੱਖ ਕੇ ਅਤੇ ਨਾਲੇ ਜਿਸ ਤਰ੍ਹਾਂ ਉਸਨੇ ਫਰਾਰੀ ਦੀ ਕਾਰ ਦੀਆਂ ਚਾਬੀਆਂ ਸਾਹਮਣੇ ਰੱਖੀਆਂ ਤਾਂ ਸਾਰੇ ਚੁੱਪ ਕਰਕੇ ਵੀ ਹੈ, ਇਹ ਤਾਂ ਪਹਿਲਾਂ ਹੀ ਤਿਆਰ ਹੋ ਕੇ ਆਇਆ। ਤਾਂ ਸਲੈਪ ਦੈਮ ਡਾਊਨ, ਉਹਨਾਂ ਨੂੰ ਉਸਨੇ ਚੁੱਪ ਕਰਾ ਦਿੱਤਾ। ਤਾਂ ਇੱਥੇ ਜਿਹੜਾ ਸਲੈਪ ਡਾਊਨ ਵਰਡ ਹੈ ਇਹ ਐਕਚੁਅਲੀ ਫਰੇਜ਼ਲ ਵਰਬ ਹੈ। ਯਾਦ ਕਰੋ ਕੱਲ੍ਹ ਵੀ ਤੁਹਾਨੂੰ ਮੈਂ ਜਿਹੜੇ ਇੱਕ ਲੈਕਚਰ ਦੇ ਵਿੱਚ ਫਰੇਜ਼ਲ ਵਰਬ ਰਾਈਟ ਆਫ ਦੱਸੀ ਸੀ, ਤਾਂ ਇਸ ਚੈਪਟਰ ਦੇ ਵਿੱਚ ਇੱਕ ਦੂਸਰੀ ਫਰੇਜ਼ਲ ਵਰਬ ਜਿਹੜੀ ਆ ਰਹੀ ਹੈ ਉਹ ਕੀ ਹੈ, ਸਲੈਪ ਡਾਊਨ। ਤਾਂ ਸਲੈਪ ਡਾਊਨ ਦਾ ਮਤਲਬ ਤੁਹਾਨੂੰ ਮੈਂ ਦੱਸਦਾ ਕਿਸੇ ਨੂੰ ਚੁੱਪ ਕਰਾ ਦੇਣਾ, ਉਸ ਨੂੰ ਅਸੀਂ ਸਲੈਪ ਡਾਊਨ ਕਹਿੰਦੇ ਹਾਂ। ਤਾਂ ਇਸ ਨੂੰ ਵੀ ਆਪਣੀ ਗਲੋਸਰੀ ਦੇ ਵਿੱਚ ਸ਼ਾਮਿਲ ਕਰ ਲੈਣਾ। ਮੈਂ ਜਦੋਂ ਵੀ ਚੈਪਟਰਸ ਦੀ ਤੁਹਾਨੂੰ ਰੀਡਿੰਗ ਕਰਵਾਉਣਾ ਤਾਂ ਇਸ ਤਰ੍ਹਾਂ ਦੀਆਂ ਫਰੇਜ਼ਲ ਵਰਬਸ 'ਤੇ ਮੈਂ ਜ਼ਿਆਦਾ ਜ਼ੋਰ ਦੇ ਕੇ ਤੁਹਾਨੂੰ ਦੱਸਦਾ ਹੁੰਦਾ, ਤਾਂ ਕਿ ਤੁਹਾਨੂੰ ਇਹ ਆਪਣੀ ਵੋਕੈਬਲਰੀ ਦਾ ਤੁਹਾਨੂੰ ਹਿੱਸਾ ਬਣਾਉਣੀਆਂ ਚਾਹੀਦੀਆਂ। ਅਤੇ ਫਿਰ ਔਨ ਦਾ ਕਾਊਂਟਰ 'ਤੇ ਬੈਠੇ ਨੇ, ਸਾਰਿਆਂ ਨੂੰ ਚੁੱਪ ਕਰਾ ਦਿੰਦਾ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਕੋਈ ਬੰਦਾ ਆਪਣੇ ਮਿਸ਼ਨ ਦੇ ਪ੍ਰਤੀ ਬੜਾ ਸੰਜੀਦਾ ਹੈ। ਮਿਸ਼ਨ ਦਾ ਮਤਲਬ ਕਿ ਉਹਦਾ ਟੀਚਾ ਹੈ ਅਤੇ ਉਸ ਦੇ ਪ੍ਰਤੀ ਉਹ ਬੜਾ ਸੰਜੀਦਗੀ ਭਰਿਆ ਵਿਵਹਾਰ ਕਰ ਰਿਹਾ, ਵੀ ਤਿਆਰ ਹੋ ਕੇ ਆਇਆ ਉਹ। ਦਾ ਸਟਾਫ ਵੈਂਟ ਟੂ ਵਰਕ ਚੈਕਿੰਗ ਆਊਟ ਦਾ ਵੈਲਿਡਿਟੀ ਆਫ ਹਿਜ਼ ਓਨਰਸ਼ਿਪ। ਹੁਣ ਸਟਾਫ ਨੇ ਤਾਂ ਫਿਰ ਕੰਮ ਕਰਨਾ ਹੀ ਹੈ। ਉਹ ਕੰਮ ਕਰਨ ਲੱਗਾ, ਕੀ ਕਰਨ ਲੱਗਿਆ ਕਿ ਉਸਨੇ ਸਾਰੇ ਜਿਹੜੇ ਉਹਦੇ ਡਾਕੂਮੈਂਟਸ ਆਏ ਸੀ ਉਸ ਦੀ ਓਨਰਸ਼ਿਪ ਦੇ, ਕਿ ਇੱਕ ਵਾਕਈ ਕਾਰ ਉਸ ਦੀ ਹੈ, ਉਹ ਬੰਦਾ ਵਾਕਈ USA ਦਾ ਰਹਿਣ ਵਾਲਾ ਹੈ, ਉਸ ਦੀ ਵੈਲਿਡਿਟੀ ਮਤਲਬ ਕਿ ਵੈਲਿਡ ਨੇ ਸਾਰੇ ਪ੍ਰੂਫ, ਉਹਦੇ ਸਹੀ ਨੇ। ਤਾਂ ਉਹ ਸਾਰੇ ਚੈੱਕ ਆਊਟ ਕੀਤੇ ਐਂਡ ਸ਼ੋਰ ਇਨਫ, ਅਤੇ ਜਦੋਂ ਉਹ ਸ਼ੋਰ ਹੋ ਗਏ, ਕਿਉਂਕਿ ਐਵਰੀਥਿੰਗ ਵਾਜ਼ ਚੈੱਕਡ ਆਊਟ, ਸਾਰਾ ਕੁਝ ਚੈੱਕ ਕਰਨ ਤੋਂ ਬਾਅਦ ਉਹ ਸ਼ੋਰ ਹੋ ਗਏ, ਪੱਕੇ ਹੋ ਗਏ ਕਿ ਹਾਂ ਕੋਈ ਫਰਜ਼ੀ ਦਸਤਾਵੇਜ਼ ਨਹੀਂ ਹੈਗੇ, ਸਾਰੇ ਦਸਤਾਵੇਜ਼ ਇਸ ਦੇ ਜੋ ਲੈ ਕੇ ਆਇਆ ਉਹ ਸਹੀ ਨੇ। ਐਂਡ ਆਫ ਕੋਰਸ ਵਿਚ ਬੈਂਕ was going to turn down $250,000 in collateral security for a mere $5,000 loan। ਤੇ ਕਿਹੜਾ ਬੈਂਕ ਹੈ ਜਿਹੜਾ ਟਰਨ ਡਾਊਨ ਕਰ ਦੇਗਾ? ਟਰਨ ਡਾਊਨ ਵੀ ਇੱਕ ਤਰ੍ਹਾਂ ਦੀ ਫਰੇਜ਼ਲ ਵਰਬ ਹੈ। ਇਹ ਤੀਸਰੀ ਫਰੇਜ਼ਲ ਵਰਬ ਦਾ ਮਤਲਬ ਹੈ। ਵੈਸੇ ਟਰਨ ਦਾ ਮਤਲਬ ਕੀ ਹੁੰਦਾ? ਟਰਨ ਦਾ ਮਤਲਬ ਮੁੜਨਾ ਹੁੰਦਾ, ਕਿਸੇ ਮੋੜ ਤੋਂ ਮੁੜਨਾ। ਲੇਕਿਨ ਟਰਨ ਦੇ ਨਾਲ ਜੇਕਰ ਡਾਊਨ ਆ ਜੇ ਤਾਂ ਇਹਦਾ ਮਤਲਬ ਹੁੰਦਾ ਅਸਵੀਕਾਰ ਕਰਨਾ। ਆਪਾਂ ਕਿਸੇ ਚੀਜ਼ ਨੂੰ ਸਵੀਕਾਰ ਨਾ ਕਰੀਏ, ਉਸ ਨੂੰ ਨਾ ਲਈਏ, ਤਾਂ ਉਸ ਨੂੰ ਆਪਾਂ ਟਰਨ ਡਾਊਨ ਕਹਿੰਦੇ ਹਾਂ। ਤਾਂ ਟਰਨ ਡਾਊਨ ਦਾ ਮਤਲਬ ਇੱਥੇ ਇਹ ਤੀਸਰੀ ਫਰੇਜ਼ਲ ਵਰਬ ਜੋ ਤੁਹਾਡੇ ਚੈਪਟਰ 'ਚ ਆਈ ਹੈ, ਤਾਂ ਇਸ ਨੂੰ ਵੀ ਤੁਸੀਂ ਨੋਟ ਕਰ ਲੈਣਾ। ਤਾਂ ਕਿਹੜਾ ਬੈਂਕ ਟਰਨ ਡਾਊਨ ਕਰ ਦੇਗਾ ਉਸ ਲੋਨ ਨੂੰ ਜਿਹੜਾ ਕਿ ਸਿਰਫ $5,000 ਦਾ ਲੋਨ ਹੈ, ਸਿਰਫ 3.5 ਲੱਖ ਰੁਪਏ ਦਾ ਲੋਨ ਹੈ, ਅਤੇ ਬਦਲੇ ਦੇ ਵਿੱਚ ਉਸ ਨੂੰ ਕੋਲੈਟਰਲ ਸਿਕਿਉਰਿਟੀ ਕਿੰਨੇ ਡਾਲਰਸ ਦੀ ਮਿਲ ਰਹੀ ਹੈ? $250,000। $250,000 ਕਰੋੜਾਂ 'ਚ ਪੈ ਜਾਂਦਾ ਹੈ। ਤੁਸੀਂ ਲਾਓ ਕਰੋੜਾਂ 'ਚ ਰਕਮ ਪੈ ਜਾਂਦੀ ਹੈ, ਕਿਉਂਕਿ ਮਿਲੀਅਨ 10 ਲੱਖ ਹੁੰਦਾ, ਉਹਦਾ ਕੁਆਟਰ ਲਾ ਲਓ, 2.5 ਲੱਖ ਹੋ ਗਿਆ, ਉਸ ਨੂੰ ਤੁਸੀਂ ਗੁਣਾ ਕਰੋ, ਦੇਖੋ ਕਰੋੜਾਂ 'ਚ ਪੈ ਜਾਂਦੀ ਹੈ। ਤਾਂ ਕਰੋੜਾਂ ਡਾਲਰ ਦੀ ਕੋਈ ਚੀਜ਼ ਉਸ ਨੂੰ ਮਿਲ ਰਹੀ ਹੈ, ਕਰੋੜਾਂ ਰੁਪਏ ਦੀ ਚੀਜ਼ ਮਿਲ ਰਹੀ ਹੈ, ਅਤੇ ਉਹਨੂੰ ਬਦਲੇ 'ਚ ਸਿਰਫ $5,000 ਦਾ ਲੋਨ ਦੇਣਾ ਪੈ ਰਿਹਾ। ਤਾਂ ਇਹੋ ਜਿਹਾ ਬੈਂਕ ਕਿਉਂ ਟਰਨ ਡਾਊਨ ਕਰੂਗਾ ਇਸ ਤਰ੍ਹਾਂ ਦੀ ਰਿਕੁਐਸਟ ਨੂੰ? ਤਾਂ ਇਹ ਸਮਝਣ ਦੀ ਲੋੜ ਹੈ। ਤਾਂ ਨੈਚੁਰਲੀ ਇਹਦਾ ਮਤਲਬ ਇਹ ਹੋਇਆ ਕਿ ਬੈਂਕ ਮੰਨ ਗਿਆ ਕਿ ਠੀਕ ਹੈ ਜੀ, ਅਸੀਂ ਤੁਹਾਨੂੰ ਤੁਹਾਡੀ ਫਰਾਰੀ ਕਾਰ 'ਤੇ $5,000 ਦਾ ਲੋਨ ਦੇ ਦਿੰਦੇ। ਤਾਂ ਥੋਮਸ ਲੈਫਟ ਦਾ ਬੈਂਕ, ਥੋਮਸ ਬੈਂਕ ਛੱਡ ਕੇ ਚਲਾ ਗਿਆ ਵਿਦ ਹਿਜ਼ $5,000, ਆਪਣੇ $5,000 ਦੇ ਨਾਲ। ਐਂਡ ਦਾ ਬੈਂਕ ਇੰਪਲੋਈ ਟੁਕ ਥੋਮਸ ਕੀਜ਼ ਐਂਡ ਡਰੋਵ ਦਾ ਬ੍ਰੈਂਡ ਨਿਊ ਫਰਾਰੀ ਡਾਊਨ ਇਨਟੂ ਦਾ ਬੈਂਕਸ ਅੰਡਰਗਰਾਊਂਡ ਗੈਰਾਜ। ਅਤੇ ਬੈਂਕ ਦੇ ਇੰਪਲਾਈ ਦਾ ਮਤਲਬ ਜੋ ਉੱਥੇ ਕਰਮਚਾਰੀ ਸੀ, ਕੰਮ ਕਰਨ ਵਾਲਾ। ਦੇਖੋ ਇੰਪਲਾਈ ਸ਼ਬਦ ਵੀ ਇੰਪਲਾਈ ਤੋਂ ਬਣਿਆ। ਇੰਪਲਾਈ ਦਾ ਮਤਲਬ ਹੁੰਦਾ ਰੋਜ਼ਗਾਰ ਕਰਨਾ, ਅਤੇ ਜੇਕਰ ਆਪਾਂ ਉਸ ਦੇ ਪਿੱਛੇ ਡਬਲ ਈ ਲਾ ਦਈਏ ਤਾਂ ਇੰਪਲਾਈ ਬਣ ਜਾਂਦਾ। ਠੀਕ ਹੈ, ਇੰਪਲਾਇਰ ਵੀ ਬਣਦਾ ਇਸੇ ਇੰਪਲਾਈ ਸ਼ਬਦ ਤੋਂ। ਤਾਂ ਰੂਟ ਵਰਡ 'ਤੇ ਹਮੇਸ਼ਾ ਧਿਆਨ ਦਿਆ ਕਰੋ। ਤਾਂ ਬੈਂਕ ਦੇ ਇੱਕ ਕਰਮਚਾਰੀ ਨੇ ਥੋਮਸ ਦੀਆਂ ਕੀਜ਼, ਚਾਬੀਆਂ ਕਾਰ ਦੀਆਂ ਲਈਆਂ ਅਤੇ ਉਸ ਨੂੰ ਡਰਾਈਵ ਕਰਕੇ ਜਿਹੜਾ ਬੈਂਕ ਦਾ ਅੰਡਰਗਰਾਊਂਡ ਗਰਾਜ ਜਿਹੜਾ ਨੀਚੇ ਬਣਿਆ ਹੋਇਆ ਸੀ, ਉਸ ਦੇ ਵਿੱਚ ਜਾ ਕੇ ਉਸ ਕਾਰ ਨੂੰ ਖੜੀ ਕਰਤਾ।
ਹੀ ਅਸ਼ੋਰਡ ਥੋਮਸ ਦੈਟ ਇਟ ਵੁੱਡ ਬੀ ਪਰਫੈਕਟਲੀ ਸੇਫ ਡਾਊਨ ਦੇਅਰ। ਤਾਂ ਉਸਨੇ ਥੋਮਸ ਨੂੰ ਅਸ਼ੋਰ ਕੀਤਾ, ਇਹ ਯਕੀਨ ਦਿਵਾਇਆ ਕਿ ਦੈਟ ਇਟ ਦਾ ਮਤਲਬ ਫਰਾਰੀ ਕਾਰ ਨੂੰ ਕਿਹਾ ਗਿਆ ਕਿ ਜਿਹੜੀ ਫਰਾਰੀ ਕਾਰ ਹੈ ਇਹ ਬਿਲਕੁਲ ਸੇਫ ਹੋਏਗੀ, ਸੇਫ ਐਂਡ ਸਿਕਿਉਰ ਹੋਏਗੀ ਨੀਚੇ ਸਾਡੇ ਗਰਾਜ ਦੇ ਵਿੱਚ, ਬਿਲਕੁਲ ਅਸੀਂ ਇਸ ਨੂੰ ਸਾਂਭ ਕੇ ਰੱਖਾਂਗੇ। ਥੋਮਸ ਦੈਨ ਲੈਫਟ ਦਾ ਬੈਂਕ ਐਂਡ ਕੌਟ ਹਿਜ਼ ਫਲਾਈਟ ਟੂ ਹਿਜ਼ ਫਾਰ ਅਵੇ ਲੈਂਡ। ਤਾਂ ਥੋਮਸ ਨੇ ਬੈਂਕ ਛੱਡਤਾ ਅਤੇ ਆਪਣੀ ਫਲਾਈਟ, ਕਿਉਂਕਿ ਉਸਨੇ ਬਾਹਰ ਦੇਸ਼ ਜਾਣਾ ਸੀ, ਉਸਨੇ ਆਪਣੀ ਫਲਾਈਟ ਪਕੜੀ ਅਤੇ ਫਾਰ ਅਵੇ ਲੈਂਡ ਜਿੱਥੇ ਉਸਨੇ ਜਾਣਾ ਸੀ ਦੂਰ, ਉੱਥੇ ਉਹ ਚਲਾ ਗਿਆ। Anyway, 2 weeks went by and sure enough the bank opened Monday morning to see Thomas stroll in and slap the $5,000 he had borrowed back on the counter plus the interest which was around $15. ਚਲੋ ਜੀ, 2 ਹਫ਼ਤੇ ਬੀਤ ਗਏ, 2 weeks went by ਬੀਤ ਗਏ, 2 ਹਫ਼ਤੇ ਬੀਤ ਕੇ ਅਤੇ sure enough ਕਿ ਪੱਕਾ ਹੀ ਹੈ ਕਿ 2 ਹਫ਼ਤਿਆਂ ਬਾਅਦ the bank opened Monday morning, ਬੈਂਕ ਜਿਹੜਾ ਹੈ ਉਹ ਮੰਡੇ ਦੀ ਸਵੇਰ ਨੂੰ ਖੁੱਲ੍ਹਾ ਸੀ। ਅਤੇ ਕੀ ਦੇਖਦਾ ਬੈਂਕ ਕਿ ਥੋਮਸ, ਉਹੀ ਥੋਮਸ, ਮਿਲੀਅਨੇਅਰ ਥੋਮਸ, ਸਟਰੋਲ ਇਨ, ਉਹ ਟਹਿਲਦਾ ਹੋਇਆ ਅੰਦਰ ਆਉਂਦਾ ਹੈ ਨਾ। ਸਟਰੋਲ ਦਾ ਮਤਲਬ ਹੁੰਦਾ ਹੈ ਵਾਕ, ਓਕੇ, ਵਾਕ ਦਾ ਮਤਲਬ, ਵਾਕ ਨੂੰ ਅਸੀਂ ਸਟਰੋਲ ਕਹਿ ਦਿੰਦੇ ਹਾਂ। ਤਾਂ ਸਟਰੋਲ ਟਹਿਲਦਾ ਹੋਇਆ ਅੰਦਰ ਆਉਂਦਾ ਹੈ, ਇਨ ਅੰਦਰ ਆਉਂਦਾ ਹੈ ਅਤੇ $5,000 ਦੇ ਦਿੰਦਾ ਹੈ। $5,000 ਜਿਹੜਾ ਉਸਨੇ ਲਿਆ ਹੁੰਦਾ ਹੈ ਲੋਨ, ਹੀ ਹੈਡ ਬੋਰੋਡ ਬੈਕ ਔਨ ਦਾ ਕਾਊਂਟਰ, ਕਾਊਂਟਰ 'ਤੇ ਉਹ ਫੜਾ ਦਿੰਦਾ ਹੈ। ਬੋਰੋ ਦਾ ਮਤਲਬ ਉਸਨੇ ਲੋਨ ਲਿਆ ਹੁੰਦਾ ਤਾਂ ਉਸਦੇ ਉਹੀ $5,000 ਵਾਪਸ ਕਰ ਦਿੰਦਾ ਹੈ ਅਤੇ ਨਾਲ ਉਹ ਇੰਟਰਸਟ ਵੀ ਵਾਪਸ ਕਰ ਦਿੰਦਾ ਹੈ, ਕਿਉਂਕਿ ਵਿਆਜ ਤਾਂ ਲੱਗਣਾ ਹੀ ਹੈ। ਤਾਂ ਇੰਟਰਸਟ ਕਿੰਨਾ ਬਣਿਆ ਸੀ? $15। ਤਾਂ ਇਹ ਦੋਨੇ ਚੀਜ਼ਾਂ ਤੁਹਾਨੂੰ ਸਟੂਡੈਂਟਸ ਯਾਦ ਹੋਣੀਆਂ ਚਾਹੀਦੀਆਂ ਨੇ ਕਿ ਲੋਨ, ਪਹਿਲੀ ਗੱਲ ਹੈ ਕਿੰਨੇ ਦਾ ਲਿਆ ਸੀ ਥੋਮਸ ਨੇ। ਪਹਿਲਾਂ ਤਾਂ ਨਾਮ ਹੀ ਦੇਖੀਏ ਆਪਾਂ ਕਿ ਮਿਲੀਅਨੇਅਰ ਦਾ ਨਾਮ ਕੀ ਸੀ, ਜੋ ਲੋਨ ਲੈਣ ਆਇਆ ਸੀ ਉਹਦਾ ਨਾਮ ਸੀ ਥੋਮਸ, ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਦੂਸਰਾ, ਉਸਨੇ ਕਿੰਨਾ ਲੋਨ ਲਿਆ? $5,000 ਦਾ, ਅਤੇ ਕਿੰਨੀ ਦੇਰ ਲਈ ਲਿਆ? 2 weeks ਲਈ ਲਿਆ, ਅਤੇ ਉਸ ਦਾ ਇੰਟਰਸਟ ਕਿੰਨਾ ਬਣਿਆ? $15। ਤਾਂ ਇਹਨਾਂ ਚਾਰਾਂ ਦੇ ਵਿੱਚੋਂ ਕੋਈ ਨਾ ਕੋਈ ਕੁਐਸਚਨ ਪੇਪਰ 'ਚ 1 ਨੰਬਰ ਵਾਲਾ ਜਿਹੜਾ ਤੁਹਾਨੂੰ ਪਤਾ ਹੈ ਕਿ ਆਉਂਦੇ ਹੁੰਦੇ ਆ, ਉਹਨਾਂ 'ਚ ਇਹ ਕੁਐਸਚਨ ਆ ਜਾਂਦਾ। ਤਾਂ ਇਹ ਤੁਸੀਂ ਸਾਰੇ ਸਟੂਡੈਂਟਸ ਯਾਦ ਕਰ ਲੈਣੇ ਆ, ਬੜੇ ਸਿੰਪਲ ਹੈ। ਜੇ ਤੁਸੀਂ ਮੇਰਾ ਲੈਕਚਰ ਸੁਣਿਆ, ਚੈਪਟਰ ਧਿਆਨ ਨਾਲ ਸੁਣਿਆ, ਤਾਂ ਤੁਸੀਂ ਈਜ਼ਲੀ ਨੰਬਰ ਆਪਣਾ ਇਹ ਪੱਕਾ ਕਰ ਲਓਗੇ। The loan officer asked for the car to be brought round to the front of the bank. ਹੁਣ ਲੋਨ ਆਫਿਸਰ, ਜਿਸ ਤੋਂ ਲੋਨ ਥੋਮਸ ਨੇ ਲਿਆ ਸੀ, ਉਸਨੇ ਕਿਹਾ ਕਿ ਕਾਰ ਨੂੰ ਬੈਂਕ ਦੇ ਬਿਲਕੁਲ ਸਾਹਮਣੇ ਉਵੇਂ ਹੀ ਲੈ ਕੇ ਆਇਆ ਜਾਵੇ। ਉੱਥੋਂ ਹੀ ਕਾਰ ਗਈ ਸੀ ਤਾਂ ਕਾਰ ਨੂੰ ਬੈਂਕ ਦੇ ਸਾਹਮਣੇ ਲਿਆਂਦਾ ਜਾਵੇ। ਐਂਡ ਦੈਨ ਆਸਕ ਥੋਮਸ ਆ ਕੁਐਸਚਨ, ਅਤੇ ਫਿਰ ਉਸਨੇ ਥੋਮਸ ਨੂੰ ਇੱਕ ਕੁਐਸਚਨ ਪੁੱਛਿਆ, ਇੱਕ ਪ੍ਰਸ਼ਨ ਪੁੱਛਿਆ ਕਿ ਆਵਰ ਬੈਂਕ ਪ੍ਰਾਈਡਸ ਇਟਸੈਲਫ ਇਨ ਡਿਟੇਲਸ ਐਂਡ ਕਸਟਮਰ ਸਰਵਿਸ, ਕਿ ਸਾਡਾ ਬੈਂਕ, ਸਾਡੇ ਜਿਹੜੇ ਗਾਹਕ ਨੇ, ਕਸਟਮਰ ਨੇ, ਉਹਨਾਂ ਦੀ ਸੇਵਾ ਦੇ ਲਈ, ਸੇਵਾ ਕਰਨ ਦੇ ਵਿੱਚ ਬਹੁਤ ਹੀ ਮਾਣ ਮਹਿਸੂਸ ਕਰਦਾ ਹੈ। ਹਰ ਬੈਂਕ ਇਹੀ ਕਹਿੰਦਾ। ਹੀ ਸੈਡ, ਉਸਨੇ ਕਿਹਾ, ਐਂਡ ਵਾਈਲ ਯੂ ਵਰ ਅਵੇ ਵੀ ਡਿਡ ਅ ਬੈਕਗਰਾਊਂਡ ਚੈੱਕ, ਅਤੇ ਜਦੋਂ ਤੁਸੀਂ ਗਏ ਸੀ, ਮਤਲਬ ਬਾਹਰ ਗਏ ਹੋਏ ਸੀ, ਤਾਂ ਅਸੀਂ ਤੁਹਾਡਾ ਬੈਕਗਰਾਊਂਡ, ਮਤਲਬ ਤੁਹਾਡਾ ਪਿਛੋਕੜ, ਉਸ ਨੂੰ ਚੈੱਕ ਕੀਤਾ, ਉਸ ਦੀ ਪੜਤਾਲ ਕੀਤੀ। ਇਟਸ ਰੂਟੀਨ, ਇਹ ਸਾਡੀ ਰੂਟੀਨ ਹੈ, ਹਰ ਇੱਕ ਬੈਂਕ ਦੀ ਰੂਟੀਨ ਹੁੰਦੀ ਹੈ। ਜਦੋਂ ਵੀ ਆਪਾਂ ਕੋਈ ਡਾਕੂਮੈਂਟਸ ਵਗੈਰਾ ਬੈਂਕ ਨੂੰ ਸਬਮਿਟ ਕਰਾਉਂਦੇ ਹਾਂ ਤਾਂ ਉਸ ਡਾਕੂਮੈਂਟਸ ਦੀ ਜਾਂਚ ਪੜਤਾਲ ਹੁੰਦੀ ਹੈ। ਬੈਂਕ ਨੇ ਉਵੇਂ ਹੀ ਕੀਤਾ। ਐਂਡ ਡਿਸਕਵਰਡ ਯੂ ਆਰ ਐਕਚੁਅਲੀ ਵਨ ਆਫ ਦਾ ਵੈਲਦੀਐਸਟ ਮੈਨ ਇਨ ਅਮੈਰੀਕਾ, ਅਤੇ ਸਾਨੂੰ ਇਹ ਪਤਾ ਲੱਗਿਆ ਜਾਂਚ ਪੜਤਾਲ ਕਰਨ ਤੋਂ ਬਾਅਦ ਕਿ ਤੁਸੀਂ ਤਾਂ ਅਸਲ ਦੇ ਵਿੱਚ ਅਮਰੀਕਾ ਦੇ ਵਨ ਆਫ ਦਾ ਵੈਲਦੀਐਸਟ ਮੈਨ ਹੋ, ਮਤਲਬ ਕਿ ਬਹੁਤ ਹੀ ਜ਼ਿਆਦਾ ਅਮੀਰ ਆਦਮੀਆਂ ਦੇ ਵਿੱਚੋਂ ਇੱਕ ਹੋ। ਵਨ ਆਫ ਦਾ ਵੈਲਦੀਐਸਟ ਮੈਨ, ਮੈਂ ਤੁਹਾਨੂੰ ਅੱਗੇ ਵੀ ਸਮਝਾਇਆ ਸੀ ਕਿ ਜਦੋਂ ਵਨ ਆਫ ਵਾਲਾ ਫਰੇਜ਼ ਆਵੇ ਤਾਂ ਜਿਹੜਾ ਲਾਸਟ ਵਰਡ ਹੁੰਦਾ ਉਸ ਨੇ ਪਲਿਊਰਲ ਪਾਉਣਾ ਹੁੰਦਾ ਹੈ, ਬਹੁਵਚਨ ਪਾਉਣਾ ਹੁੰਦਾ ਹੈ। ਤਾਂ ਇੱਥੇ ਮੈਨ ਨਹੀਂ ਪਾਇਆ, ਮੈਨ ਪਾਇਆ। ਤਾਂ ਕਈ ਬੱਚੇ ਇੱਥੇ ਮੈਨ ਪਾ ਦਿੰਦੇ ਆ, ਜੋ ਗਲਤ ਹੋ ਜਾਂਦਾ, ਤਾਂ ਆਪਾਂ ਮੈਨ ਨਹੀਂ ਪਾਉਣਾ ਹੁੰਦਾ ਹੈ। ਧਿਆਨ ਰੱਖਿਆ ਕਰੋ ਇਹ ਚੀਜ਼ਾਂ ਦਾ। ਵਨ ਆਫ ਦਾ ਵੈਲਦੀਐਸਟ ਮੈਨ ਹੀ ਸਹੀ ਹੈ। ਤਾਂ ਅਮਰੀਕਾ ਦੇ ਵਿੱਚ ਤੁਸੀਂ ਬਹੁਤ ਹੀ ਵਧੀਆ, ਜੋ ਕਿ ਬਹੁਤ ਹੀ ਜ਼ਿਆਦਾ ਧਨੀ ਪਰਸਨਸ ਨੇ, ਉਹਨਾਂ ਦੇ ਵਿੱਚੋਂ ਤੁਸੀਂ ਇੱਕ ਹੋ। ਵਾਈ ਔਨ ਅਰਥ ਵੁੱਡ ਯੂ ਨੀਡ ਟੂ ਬੋਰੋ $5,000? ਤਾਂ ਫਿਰ ਤੁਹਾਨੂੰ $5,000 ਬੋਰੋ ਕਰਨ ਦੇ ਲਈ, ਉਧਾਰ ਲੈਣ ਦੇ ਲਈ ਜ਼ਰੂਰਤ ਕਿਉਂ ਪਈ? ਨਾ ਇੱਥੇ ਜਿਹੜਾ ਔਨ ਅਰਥ ਵਰਡ ਹੈ ਨਾ, ਇਹ ਵਰਡ ਤਾਂ ਪਾਇਆ ਜਾਂਦਾ ਜਦੋਂ ਆਪਾਂ ਥੋੜ੍ਹਾ ਜ਼ੋਰ ਦੇ ਕੇ ਕਹਿੰਦੇ ਹੁੰਦੇ ਹਾਂ, ਤੈਨੂੰ ਲੋੜ ਹੀ ਕਿਉਂ ਪਈ। ਅੱਛਾ, ਜਦੋਂ ਆਪਾਂ ਪੰਜਾਬੀ 'ਚ ਇਹਨੂੰ ਐਂ ਕਹਿੰਦੇ ਹਾਂ, ਇੱਕ ਤਾਂ ਆਪਾਂ ਸਿੰਪਲ ਕਹਿਤਾ ਤੈਨੂੰ ਲੋੜ ਕਿਉਂ ਪਈ ਬਈ, ਜਦ ਆਪਾਂ ਇਹ ਕਹਿੰਦੇ ਹਾਂ ਕਿ ਤੈਨੂੰ ਲੋੜ ਹੀ ਕਿਉਂ ਪਈ ਬੜਾ ਜ਼ੋਰ ਦੇ ਕੇ, ਤਾਂ ਆਪਾਂ ਉੱਥੇ ਔਨ ਅਰਥ ਵਾਲਾ ਫਰੇਜ਼ ਵਿੱਚ ਲਾ ਦਿੰਦੇ ਹੁੰਦੇ। ਤਾਂ ਇਹ ਧਿਆਨ ਰੱਖਿਓ ਚੀਜ਼। ਕਹਿੰਦੇ ਇਟ ਜਸਟ ਡਜ਼ਨਟ ਮੇਕ ਸੈਂਸ, ਕਹਿੰਦੇ ਗੱਲ ਸਮਝ ਨਹੀਂ ਆਉਂਦੀ, ਦਿਮਾਗ 'ਚ ਨਹੀਂ ਬੈਠੀ ਵੀ ਤੁਸੀਂ ਇੰਨੇ ਜ਼ਿਆਦਾ ਅਮੀਰ ਬੰਦੇ ਹੋ, ਕਰੋੜਪਤੀ ਹੋ ਤੁਸੀਂ, ਅਤੇ ਤੁਹਾਨੂੰ $5,000 ਦੀ ਲੋੜ ਪੈ ਗਈ। ਸਮਝ ਨਹੀਂ ਆਈ ਗੱਲ ਇਹ। ਥੋਮਸ ਸਮਾਈਲਡ, ਥੋਮਸ ਨੇ ਉਸ ਦੀ ਗੱਲ ਸੁਣ ਕੇ ਸਿਰਫ ਥੋਮਸ ਮੁਸਕਰਾਇਆ।
ਪਿਕਡ ਅਪ ਦਾ ਕੀਜ਼ ਫਰੋਮ ਦਾ ਕਾਊਂਟਰ ਤੋਂ ਜਿਹੜੀਆਂ ਕੀਜ਼ ਉਸ ਦੀਆਂ ਕਾਰ ਵਾਲੀਆਂ ਸੀ ਜੋ ਕਿ ਉਹ ਪਹਿਲਾਂ ਦੇ ਕੇ ਗਿਆ ਸੀ, ਕਾਊਂਟਰ 'ਤੇ ਹੀ ਰੱਖ ਕੇ ਗਿਆ ਸੀ, ਹੁਣ ਕਾਊਂਟਰ ਤੋਂ ਉਸਨੇ ਉਹ ਕੀਜ਼ ਚੱਕ ਲਈਆਂ। ਐਂਡ ਸੈਡ, ਅਤੇ ਉਸਨੇ ਕਿਹਾ, ਕੈਨ ਯੂ ਟੈਲ ਮੀ ਅਨਦਰ ਵੇ I could have parked my new Ferrari in the middle of New York for 2 weeks for just $15 and still expect to get it back in top condition? ਕਹਿੰਦੇ ਕੀ ਤੁਸੀਂ ਮੈਨੂੰ ਕੋਈ ਹੋਰ ਰਸਤਾ, ਅਨਦਰ ਵੇ, ਹੋਰ ਰਸਤਾ ਦੱਸ ਸਕਦੇ ਹੋ ਕਿ ਮੈਂ ਆਪਣੀ ਨਵੀਂ ਫੈਰਾਰੀ ਕਾਰ ਜਿਹੜੀ ਮੈਂ ਖਰੀਦੀ ਸੀ ਉਹਨੂੰ ਪਾਰਕ ਕਰ ਸਕਦਾ ਨਿਊਯਾਰਕ ਦੇ ਬਿਲਕੁਲ ਮਿਡਲ ਦੇ ਵਿੱਚ। ਹੁਣ ਨਿਊਯਾਰਕ ਦਾ ਮਿਡਲ ਕੀ ਆ? ਉਹੀ ਬੈਂਕ ਆਪਾਂ ਪਹਿਲਾਂ ਪੜ੍ਹੇ ਆ। ਨਿਊਯਾਰਕ ਦੇ ਬਿਲਕੁਲ ਮਿਡਲ ਦੇ ਵਿੱਚ ਬੈਂਕ ਸੀ। 2 ਹਫ਼ਤਿਆਂ ਦੇ ਲਈ ਆਪਣੀ ਕਾਰ ਮੈਂ ਪਾਰਕ ਕਰ ਸਕਦਾ। ਕਿੰਨੇ? ਸਿਰਫ $15 ਦੇ ਲਈ। ਅਤੇ ਫਿਰ ਇਹ ਆਸ ਕਰਦਾ, ਸਟਿਲ ਐਕਸਪੈਕਟ, ਅਤੇ ਫਿਰ ਮੈਂ ਆਸ ਕਰਦਾ ਕਿ ਮੈਂ ਟੌਪ ਕੰਡੀਸ਼ਨ 'ਚ ਬਿਲਕੁਲ ਜਿਹੋ ਜਿਹੀ ਛੱਡ ਕੇ ਗਿਆ ਸੀ ਉਸੇ ਕੰਡੀਸ਼ਨ 'ਚ ਇਸ ਨੂੰ ਮੈਂ ਵਾਪਸ ਪ੍ਰਾਪਤ ਕਰਾਂਗਾ। ਤਾਂ ਹੁਣ ਬੱਚਿਓ ਤੁਸੀਂ ਸਮਝ ਗਏ ਹੋਵੋਗੇ ਕਿ ਉਸ ਦੀ ਫਰਾਰੀ ਕਾਰ ਦੇਖੋ ਮਹਿੰਗੀ ਬਹੁਤ ਹੈ, ਕਰੋੜਾਂ 'ਚ ਉਸਨੇ ਖਰੀਦੀ ਹੈ। ਹੁਣ ਉਹਨੇ ਬਾਹਰ ਜਾਣਾ ਹੈ, ਉਸਨੇ ਹੁਣ ਉਸ ਕਾਰ ਨੂੰ ਪਾਰਕ ਕਰਨਾ ਹੈ। ਹੁਣ ਪਾਰਕ ਜਿੱਥੇ ਉਹ ਕਰਕੇ ਜਾਂਦਾ, ਮੇ ਵੀ ਸ਼ਾਇਦ ਉਹ ਕਾਰ ਚੋਰੀ ਹੋ ਜਾਂਦੀ ਜਾਂ ਉਹ ਕੋਈ ਉਸ ਨਾਲ ਛੇੜਖਾਨੀ ਕਰਦਾ, ਉਹਦੀ ਟੁੱਟ ਭੱਜ ਕਰਦਾ। ਤਾਂ ਉਸਨੇ ਸੋਚਿਆ ਕਿ ਇਹਨੂੰ ਸਭ ਤੋਂ ਵਧੀਆ ਤਾਂ ਤਰੀਕਾ ਇਹ ਹੈ ਕਿ ਆਪਾਂ ਬੈਂਕ 'ਚ ਇਹਨੂੰ ਉਹਦੇ ਗਰਾਜ 'ਚ ਖੜਾ ਦਈਏ ਅਤੇ ਉਹਨੂੰ ਆਪਾਂ ਉਹਦੇ 'ਤੇ ਆਪਾਂ ਲੋਨ ਲੈ ਲੈਂਦੇ ਹਾਂ 2 ਹਫ਼ਤੇ ਦਾ, ਬਾਅਦ 'ਚ ਜਿੰਨਾ ਇੰਟਰਸਟ ਬਣੂਗਾ ਚੁਕਾ ਦਾਂਗੇ, ਨਾਲੇ ਤਾਂ ਬਿਲਕੁਲ ਮੇਰੀ ਕਾਰ ਸਹੀ ਸਲਾਮਤ 'ਚ ਮਿਲੂਗੀ ਅਤੇ ਨਾਲੇ ਮੇਰੀ ਕਾਰ ਚੋਰੀ ਨਹੀਂ ਹੋਊਗੀ। ਤਾਂ ਦੇਖੋ ਕਿੱਡਾ ਦਿਮਾਗ ਉਹਨੇ ਯੂਜ਼ ਕਰਿਆ। ਵਿਦ ਦੈਟ, ਇਸ ਨਾਲ ਥਾਮਸ ਵਾਕਡ ਆਊਟ ਆਫ ਦਾ ਡੋਰ। ਇਹ ਕਹਿ ਕੇ ਥਾਮਸ ਡੋਰ ਤੋਂ ਬਾਹਰ ਚਲਾ ਗਿਆ। ਐਂਡ ਦਾ ਲੋਨ ਆਫਿਸਰ ਸਮਾਈਲਡ ਅ ਬਿਗਰ ਸਮਾਈਲ। ਤਾਂ ਲੋਨ ਆਫਿਸਰ ਵੀ ਹੱਸ ਪਿਆ, ਪਰ ਉਸ ਨੇ ਜਿੰਨੀ ਥੋਮਸ ਨੇ ਸਮਾਈਲ ਕੀਤੀ ਸੀ ਉਸ ਤੋਂ ਜ਼ਿਆਦਾ ਵੱਡੀ ਸਮਾਈਲ ਉਸਦੇ ਚਿਹਰੇ 'ਤੇ ਆ ਗਈ। ਤਾਂ ਕਹਿਣ ਦਾ ਮਤਲਬ ਉਹਨੂੰ ਪਤਾ ਲੱਗ ਗਿਆ ਵੀ ਥੋਮਸ ਸਾਨੂੰ ਬੁੱਧੂ ਬਣਾ ਗਿਆ। ਤਾਂ ਇਹ ਬੜੀ ਹੀ ਵਧੀਆ ਸਟੋਰੀ ਹੈ। ਦੇਖੋ ਥੋਮਸ ਕਿਸ ਤਰ੍ਹਾਂ ਆਪਣੀ ਲੇਟਰਲ ਥਿੰਕਿੰਗ ਯੂਜ਼ ਕਰਦਾ ਹੋਇਆ ਨਾਲੇ ਤਾਂ ਆਪਣੀ ਕਾਰ ਬਹੁਤ ਹੀ ਵਧੀਆ ਜਗ੍ਹਾ 'ਤੇ ਖੜਾਉਣ ਦੇ ਵਿੱਚ ਸਫਲ ਹੋਇਆ, ਪਾਰਕ ਕਰਨ ਦੇ ਵਿੱਚ ਸਫਲ ਹੋਇਆ, ਅਤੇ ਨਾਲੇ ਉਸ ਦੀ ਕਾਰ ਦੀ ਪੂਰੀ ਵਧੀਆ ਉਸ ਦੀ ਕੰਡੀਸ਼ਨ ਵੀ ਰੱਖੀ ਗਈ। ਹੋ ਸਕਦਾ ਕਿ ਰੋਜ਼ ਉਹਦੀ ਕਾਰ 'ਤੇ ਕੱਪੜਾ ਵੀ ਮਾਰਿਆ ਜਾਂਦਾ ਹੋਵੇ ਬੈਂਕ ਵਾਲਿਆਂ ਵੱਲੋਂ ਵੀ, ਭਾਈ ਕਾਰ ਹੈ ਕਿਤੇ ਕੁਛ ਹੋ ਨਾ ਜਾਵੇ। ਤਾਂ ਪੂਰੀ ਉਹਨਾਂ ਨੇ ਉਹਦੀ ਸਾਂਭ ਸੰਭਾਲ ਰੱਖੀ ਅਤੇ ਥੋਮਸ ਬਿਲਕੁਲ ਜੋ ਉਸਨੇ ਸੋਚਿਆ ਸੀ ਉਸੇ ਤਰੀਕੇ ਨਾਲ ਉਸਨੇ ਆਪਣੀ ਕਾਰ ਨੂੰ ਉਸੇ ਕੰਡੀਸ਼ਨ ਵਿੱਚ ਪਾਇਆ ਜਿਸ ਕੰਡੀਸ਼ਨ 'ਚ ਉਹ ਛੱਡ ਕੇ ਗਿਆ ਸੀ। Examples of applications of lateral or non-linear thinking abound in several fields. ਕਹਿੰਦੇ ਜੇਕਰ ਅਸੀਂ ਲੇਟਰਲ ਜਾਂ ਜਿਸ ਨੂੰ ਅਸੀਂ ਨੋਨ ਲੀਨੀਅਰ ਥਿੰਕਿੰਗ ਵੀ ਕਹਿੰਦੇ ਹਾਂ, ਜੇਕਰ ਅਸੀਂ ਉਸ ਦੀਆਂ ਐਪਲੀਕੇਸ਼ਨਸ ਦੀਆਂ ਉਦਾਹਰਨਾਂ ਦੇਖੀਏ ਤਾਂ ਕਈ ਸਾਰੇ ਖੇਤਰਾਂ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਮਿਲਦੀਆਂ ਨੇ। ਅਬਾਊਂਡ ਇਨ ਦਾ ਮਤਲਬ ਹੁੰਦਾ ਹੈ ਜਦੋਂ ਭਰੀਆਂ ਪਈਆਂ ਹੋਣ ਚੀਜ਼ਾਂ, ਬਹੁਤ ਜ਼ਿਆਦਾ ਮਿਕਦਾਰ 'ਚ ਸਾਨੂੰ ਚੀਜ਼ਾਂ ਮਿਲਣ, ਉਸ ਨੂੰ ਅਸੀਂ ਅਬਾਊਂਡ ਇਨ ਕਹਿੰਦੇ ਹਾਂ। ਅਤੇ ਇੱਕ ਗੱਲ ਦਾ ਹੋਰ ਖਿਆਲ ਰੱਖਣਾ ਹੈ ਕਿ ਅਬਾਊਂਡ ਦੇ ਨਾਲ ਹਮੇਸ਼ਾ ਇਨ ਪ੍ਰੈਪੋਜੀਸ਼ਨ ਆਉਂਦੀ ਹੈ, ਇਹਦਾ ਵੀ ਖਿਆਲ ਰੱਖਣਾ। ਇਹ ਲਾਈਨ ਦਾ ਮਤਲਬ ਇਹ ਹੈ ਕਿ ਲੇਟਰਲ ਥਿੰਕਿੰਗ ਦੀਆਂ ਉਦਾਹਰਨਾਂ ਸਾਨੂੰ ਹਰ ਫੀਲਡ 'ਚ ਮਿਲ ਜਾਂਦੀਆਂ ਨੇ। In cricket, Kerry Packer introduced day and night matches and colorful balls and clothing, a departure from tradition that became so successful that the whole world of cricket adopted it. ਤਾਂ ਹੁਣ ਜੇਕਰ ਅਸੀਂ ਕ੍ਰਿਕਟ ਦੀ ਗੱਲ ਕਰੀਏ ਤਾਂ ਪਹਿਲਾਂ ਅਸੀਂ ਕੀ ਦੇਖਦੇ ਸੀ ਕਿ ਕ੍ਰਿਕਟ ਹੁੰਦਾ ਸੀਗਾ ਵਾਈਟ ਕੱਪੜਿਆਂ 'ਚ ਖੇਡਿਆ ਜਾਂਦਾ ਸੀ, ਦਿਨ 'ਚ ਖੇਡਿਆ ਜਾਂਦਾ ਸੀ ਅਤੇ ਕਈ ਦਿਨ 5 ਦਿਨ ਚੱਲਦਾ ਰਹਿੰਦਾ ਸੀ। ਲੇਕਿਨ ਕੈਰੀ ਪੈਕਰ ਨੇ ਕੀ ਕੀਤਾ? ਹੁਣ ਕੈਰੀ ਪੈਕਰ ਨੇ ਲੇਟਰਲ ਥਿੰਕਿੰਗ ਯੂਜ਼ ਕੀਤੀ। ਇਹਨਾਂ ਨੇ ਕੀ ਕੀਤਾ ਕਿ ਡੇ ਨਾਈਟ ਦਾ ਜਿਹੜੇ ਮੈਚਿਸ ਉਹ ਕਰਵਾਉਣੇ ਸ਼ੁਰੂ ਕੀਤੇ। ਡੇ ਨਾਈਟ ਮੈਚ ਅੱਜ ਕੱਲ੍ਹ ਹੁੰਦੇ ਨੇ, ਸ਼ਾਮ ਦੇ 4 ਵਜੇ ਸ਼ੁਰੂ ਹੁੰਦੇ ਨੇ, ਰਾਤ ਦੇ 11 ਵਜੇ ਤੱਕ ਚੱਲਦੇ ਨੇ। ਅਤੇ ਉਸ ਤੋਂ ਬਾਅਦ ਫਿਰ ਕਲਰਫੁਲ ਬਾਲਸ ਆ ਗਈਆਂ। ਪਹਿਲਾਂ ਉਹੀ ਰੈੱਡ ਕਲਰ ਦੀ ਲੈਦਰ ਦੀ ਬਾਲ ਯੂਜ਼ ਹੁੰਦੀ ਸੀ, ਅੱਜ ਕੱਲ੍ਹ ਦੇਖੋ ਯੈਲੋ ਬਾਲ ਵੀ ਯੂਜ਼ ਹੁੰਦੀ ਹੈ, ਗਰੀਨ ਬਾਲ ਵੀ ਯੂਜ਼ ਹੁੰਦੀ ਹੈ। ਕੱਪੜੇ ਤੁਸੀਂ ਦੇਖੋ ਅੱਜ ਕੱਲ੍ਹ ਜਿਹੜੇ ਖਿਡਾਰੀਆਂ ਦੇ ਪਾਏ ਹੁੰਦੇ ਨੇ ਵਾਈਟ ਨਹੀਂ ਰਹੇ, ਤਰ੍ਹਾਂ ਦੇ ਅਸੀਂ IPL ਦੇ ਮੈਚਿਸ ਦੇਖਦੇ ਹਾਂ ਤਾਂ ਹਰ ਟੀਮ ਦੇ ਕੱਪੜੇ ਹੀ ਅਲੱਗ ਬੜੇ ਦਿਲ ਖਿੱਚਵੇਂ ਜਿਹੇ ਹੁੰਦੇ ਨੇ। ਤਾਂ ਇਹ ਕੀ ਸੀ? ਇੱਕ ਟਰੈਡੀਸ਼ਨ ਤੋਂ ਜੋ ਇੱਕ ਸਾਡਾ ਰਿਵਾਜ ਆ ਰਿਹਾ ਸੀ ਉਸ ਤੋਂ ਡਿਪਾਰਚਰ ਸੀ, ਮਤਲਬ ਉਸ ਤੋਂ ਹਟ ਕੇ ਕਿ ਆਪਾਂ ਨੇ ਕੋਈ ਚੀਜ਼ ਹਟ ਕੇ ਕਰਨੀ ਆ। ਉਹੀ ਲਕੀਰ ਦੇ ਫਕੀਰ ਨਹੀਂ ਬਣਨਾ, ਆਪਾਂ ਨੇ ਥੋੜ੍ਹਾ ਜਿਹਾ ਕੰਮ ਹਟ ਕੇ ਕਰਨਾ। ਅਤੇ ਇਹ ਸਾਰੀਆਂ ਚੀਜ਼ਾਂ ਬਿਕੇਮ ਸੋ ਸਕਸੈਸਫੁਲ, ਇੰਨੇ ਜ਼ਿਆਦਾ ਸਫਲ ਹੋ ਗਈਆਂ ਕਿ ਸਾਰੀ ਕ੍ਰਿਕਟ ਨੇ ਪੂਰੇ ਸੰਸਾਰ ਦੀ ਕ੍ਰਿਕਟ ਨੇ ਇਸ ਨੂੰ ਅਪਣਾ ਲਿਆ, ਅਡੋਪਟਡ ਇਟ, ਇਸ ਨੂੰ ਅਪਣਾ ਲਿਆ। ਇਟ ਦਾ ਮਤਲਬ ਕਿ ਜਿਹੜੀ ਕੈਰੀ ਪੈਕਰ ਨੇ ਇਹ ਚੀਜ਼ਾਂ ਇੰਟਰੋਡਿਊਸ ਕੀਤੀਆਂ ਉਹ ਸਾਰੀਆਂ ਚੀਜ਼ਾਂ ਕਿਸ ਨੇ ਅਪਣਾ ਲਈਆਂ? ਸਾਰੇ ਸੰਸਾਰ ਨੇ ਅਪਣਾ ਲਈਆਂ, ਵਿੱਚ ਇੰਡੀਆ ਬਾਕੀ ਹੋਰ ਜਿੰਨੇ ਵੀ ਕੰਟਰੀ ਸੀ ਉਹ ਸਾਰਿਆਂ ਦੇ ਵਿੱਚ ਇਹ ਡੇ ਐਂਡ ਨਾਈਟ ਮੈਚ ਚੱਲ ਪਏ। ਆਸਟ੍ਰੇਲੀਆ ਰੀਸੈਂਟਲੀ ਐਕਸਪੈਰੀਮੈਂਟਡ ਵਿਦ 2 different captains for the test and one day matches.
Nowadays the T20 मैचेस हैव बिकम अ रेज। ਆਸਟ੍ਰੇਲੀਆ ਨੇ ਕੀ ਕੀਤਾ, ਸਭ ਤੋਂ ਪਹਿਲਾਂ ਇੱਕ ਐਕਸਪੈਰੀਮੈਂਟ ਕੀਤਾ, ਉਸਨੇ ਆਪਣੇ 2 ਅਲੱਗ-ਅਲੱਗ ਕਪਤਾਨ ਬਣਾਏ। ਹੁਣ ਆਸਟ੍ਰੇਲੀਆ ਕ੍ਰਿਕਟ ਦੀ ਗੱਲ ਹੈ, ਤਾਂ ਉਹਨਾਂ ਨੇ 2 ਕਪਤਾਨ ਅਲੱਗ-ਅਲੱਗ ਬਣਾਏ, ਇੱਕ ਟੈਸਟ ਲਈ ਬਣਾਇਆ ਅਤੇ ਵਨਡੇ ਮੈਚਿਸ ਲਈ ਕਪਤਾਨ ਉਹਨਾਂ ਦਾ ਅਲੱਗ ਸੀ। ਇੰਡੀਆ 'ਚ ਵੀ ਥੋੜ੍ਹੀ ਦੇਰ ਇਹ ਚੱਲਿਆ ਸੀ, ਅਤੇ ਅੱਜ ਕੱਲ੍ਹ ਤਾਂ T20 ਮੈਚਿਸ ਚੱਲ ਪਏ, ਹੈਵ ਬਿਕਮ ਅ ਰੇਜ। ਬਿਕਮ ਅ ਰੇਜ ਦਾ ਮਤਲਬ ਹੁੰਦਾ ਹੈ ਬਿਕਮ ਪਾਪੂਲਰ। ਜਦੋਂ ਕੋਈ ਚੀਜ਼ ਪਾਪੂਲਰ ਹੋ ਜਾਂਦੀ ਹੈ, ਬਹੁਤ ਜ਼ਿਆਦਾ ਪ੍ਰਸਿੱਧ ਹੋ ਜਾਂਦੀ ਹੈ, ਉਸ ਨੂੰ ਅਸੀਂ ਕਹਿੰਦੇ ਹਾਂ ਬਿਕਮ ਅ ਰੇਜ। ਤਾਂ ਇਹ ਅੱਜ ਕੱਲ੍ਹ ਬਹੁਤ ਜ਼ਿਆਦਾ ਪ੍ਰਸਿੱਧ ਹੋ ਗਏ। ਕਿਹੜੇ T20 ਮੈਚਿਸ, ਇਹ ਤਾਂ ਸਾਨੂੰ ਪਤਾ ਹੀ ਹੈ। T20 ਮੈਚਿਸ ਦੇਖੋ ਕਿੰਨੇ ਲੋਕ ਚਾਵਾਂ ਨਾਲ ਦੇਖਦੇ ਆ, ਤੁਸੀਂ ਵੀ ਦੇਖਦੇ ਹੋਵੋਗੇ। ਤਾਂ ਇਹ ਸਾਰੀਆਂ ਚੀਜ਼ਾਂ ਕਿਵੇਂ ਹੋਈਆਂ, ਇਹ ਲੇਟਰਲ ਥਿੰਕਿੰਗ ਯੂਜ਼ ਕੀਤੀ ਗਈ ਕਿਸੇ ਨਾ ਕਿਸੇ ਪਰਸਨ ਦੁਆਰਾ, ਅਤੇ ਫਿਰ ਉਸ ਨੂੰ ਯੂਜ਼ ਜਦੋਂ ਕੀਤਾ ਗਿਆ ਤਾਂ ਉਸਦਾ ਜਦੋਂ ਰਿਜ਼ਲਟ ਦੇਖਿਆ ਗਿਆ, ਇੰਨਾ ਅੱਛਾ ਰਿਜ਼ਲਟ ਹੋਇਆ, ਤਾਂ ਫਿਰ ਉਸ ਥਿੰਕਿੰਗ ਨੂੰ ਸਾਰੇ ਜਣਿਆਂ ਨੇ ਅਪਣਾ ਲਿਆ। ਚੈਪਟਰ ਦੇ ਲਾਸਟ 2 ਪੈਰਿਆਂ ਦੇ ਵਿੱਚ ਐਡਵਰਡ ਡੇ ਬੋਨੋ, ਜੋ ਕਿ ਇਸ ਚੈਪਟਰ ਦੇ ਰਾਈਟਰ ਹੈ, ਉਹਨਾਂ ਨੇ ਜਿਹੜੀ ਸਾਡੀ ਲੌਜੀਕਲ ਥਿੰਕਿੰਗ ਹੈ ਅਤੇ ਲੇਟਰਲ ਥਿੰਕਿੰਗ ਹੈ, ਉਸ ਨੂੰ ਕੰਪੈਰੀਜ਼ਨ ਕੀਤਾ। ਤਾਂ ਆਹ ਵਾਲੇ ਪੈਰੇ ਦੇ ਵਿੱਚ ਤਾਂ ਉਹਨਾਂ ਨੇ ਇਹ ਦੱਸਿਆ ਕਿ ਲੌਜੀਕਲ ਥਿੰਕਿੰਗ ਕੀ ਹੁੰਦੀ ਹੈ, ਤਾਂ ਇਹ ਸਮਝਣ ਦੀ ਲੋੜ ਹੈ, ਤਾਂ ਤੁਹਾਨੂੰ ਇਹ ਦੋਨੇ ਪੈਰੇ ਸਮਝ ਆਉਣਗੇ ਬੱਚਿਓ। ਅਤੇ ਜਿਹੜਾ ਲਾਸਟ ਵਾਲਾ ਪੈਰਾ ਹੈ ਚੈਪਟਰ ਦਾ, ਉਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਲੌਜੀਕਲ ਥਿੰਕਿੰਗ ਨਾਲੋਂ ਲੇਟਰਲ ਥਿੰਕਿੰਗ ਕਿਸ ਤਰ੍ਹਾਂ ਦੀ ਹੁੰਦੀ ਹੈ। ਤਾਂ ਆਪਾਂ ਹੁਣ ਸਾਨੂੰ ਪਤਾ ਲੱਗ ਗਿਆ ਕਿ ਉੱਪਰਲੇ ਪੈਰੇ 'ਚ ਲੌਜੀਕਲ ਥਿੰਕਿੰਗ ਬਾਰੇ ਅਤੇ ਨਿਚਲੇ ਪੈਰੇ 'ਚ ਲੇਟਰਲ ਥਿੰਕਿੰਗ ਬਾਰੇ। ਹੁਣ ਅਸੀਂ ਉਹ ਪੈਰਾ ਪੜ੍ਹਦੇ ਹਾਂ। ਤਾਂ ਲੇਟਰਲ ਥਿੰਕਿੰਗ ਐਕਸਪਰਟ ਐਡਵਰਡ ਡੀ ਬੋਨੋ ਸੇਜ਼, ਹੁਣ ਲੇਟਰਲ ਥਿੰਕਿੰਗ ਦੇ ਐਕਸਪਰਟ ਨੇ, ਮਾਹਿਰ ਨੇ ਐਡਵਰਡ ਡੀ ਬੋਨੋ, ਤਾਂ ਉਹ ਕਹਿੰਦੇ ਨੇ ਕਿ ਵਿਦ ਲੌਜਿਕ, ਲੌਜਿਕ ਦੇ ਨਾਲ, ਨਾ ਲੌਜਿਕ ਦਾ ਮਤਲਬ ਹੁੰਦਾ ਹੈ ਤਰਕ, ਤਰਕ ਦੇ ਨਾਲ, ਕਿ ਕੋਈ ਚੀਜ਼ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੁੰਦੀ ਹੈ, ਐਵੇਂ ਤਰਕ ਦੇ ਨਾਲ, ਯੂ ਸਟਾਰਟ ਵਿਦ ਸਰਟਨ ਇਨਗ੍ਰੇਡੀਐਂਟਸ। ਕਹਿੰਦੇ ਤੁਸੀਂ ਕੁਛ ਇਨਗ੍ਰੇਡੀਐਂਟਸ ਦੇ ਨਾਲ, ਜੋ ਕਿ ਸਾਨੂੰ ਪਹਿਲਾਂ ਹੀ ਮਿਲੇ ਹੁੰਦੇ ਨੇ, ਉਸ ਨਾਲ ਤੁਸੀਂ ਸਟਾਰਟ ਕਰਦੇ ਹੋ ਨਾ। ਇਨਗ੍ਰੇਡੀਐਂਟਸ ਦਾ ਮਤਲਬ ਪੰਜਾਬੀ ਦੇ ਵਿੱਚ ਹੁੰਦਾ ਹੈ ਬੱਚਿਓ ਸਮੱਗਰੀ, ਕਿ ਕੋਈ ਸਾਨੂੰ ਚੀਜ਼ ਮਿਲੀ ਹੋਈ ਹੈ, ਅਸੀਂ ਉਸ ਦੇ ਨਾਲ ਸਟਾਰਟ ਕਰਦੇ ਹਾਂ। ਤਾਂ ਕੁਛ ਇਨਗ੍ਰੇਡੀਐਂਟਸ ਨੇ ਜੋ ਤੁਹਾਨੂੰ ਮਿਲੇ ਹੋਏ ਨੇ, ਤੁਸੀਂ ਉਸ ਦੇ ਨਾਲ ਕੋਈ ਕੰਮ ਸਟਾਰਟ ਕਰਦੇ ਹੋ। ਜਿਵੇਂ ਕਿ ਹੁਣ ਉਹਨਾਂ ਨੇ ਐਗਜ਼ਾਮਪਲ ਕਿਵੇਂ ਦਿੱਤੀ ਹੈ, ਚੈਸ ਦੀ, ਸ਼ਤਰੰਜ ਦੀ ਐਗਜ਼ਾਮਪਲ ਦਿੱਤੀ ਹੈ। ਚੈਸ ਇੱਕ ਗੇਮ ਹੈ, ਕਹਿੰਦੇ ਚੈਸ ਦੇ ਵਿੱਚ ਯੂ ਸਟਾਰਟ ਆਊਟ ਵਿਦ ਗਿਵਨ ਪੀਸਿਸ। ਤੁਹਾਨੂੰ ਜਿਹੜੇ ਪੀਸਿਸ ਦਿੱਤੇ ਹੁੰਦੇ ਨੇ, ਪੀਸਿਸ ਦਾ ਮਤਲਬ ਉਹ ਜਿਹੜੇ ਚੈਸ ਦੇ, ਜਿਸ ਦੇ ਨਾਲ ਹਾਥੀ, ਘੋੜਾ, ਸਿਪਾਹੀ, ਵਜ਼ੀਰ, ਉਹ ਸਾਰੀਆਂ, ਕਿੰਗ, ਕੁਈਨ, ਉਹ ਸਾਰੇ ਉਹਨਾਂ ਨੂੰ ਅਸੀਂ ਪੀਸਿਸ ਕਹਿੰਦੇ ਹਾਂ। ਤਾਂ ਤੁਹਾਨੂੰ ਕੁਛ ਪੀਸਿਸ ਦਿੱਤੇ ਹੋਏ ਨੇ, ਤੁਸੀਂ ਉਸ ਦੇ ਨਾਲ ਇਹ ਚੀਜ਼ ਸਟਾਰਟ ਕਰਦੇ ਹੋ। ਬਟ ਵਟ ਆਰ ਦੋਜ਼ ਪੀਸਿਸ, ਪਰ ਇਹ ਪੀਸਿਸ ਹੈ ਕੀ ਨੇ, ਇਹ ਜਿਹੜੇ ਤੁਹਾਨੂੰ ਮਿਲੇ ਨੇ ਹੈ ਕੀ ਨੇ। ਇਨ ਮੋਸਟ ਰੀਅਲ ਲਾਈਫ ਸਿਚੁਏਸ਼ਨਸ ਦਾ ਪੀਸਿਸ ਆਰ ਨੋਟ ਗਿਵਨ। ਪ੍ਰੋਬਲਮ ਇਹ ਆ ਜਾਂਦੀ ਹੈ ਕਿ ਚੈਸ ਦੇ ਵਿੱਚ ਤਾਂ ਚਲੋ ਤੁਹਾਨੂੰ ਸਟਾਰਟ ਕਰਨ ਦੇ ਲਈ ਪੀਸਿਸ ਮਿਲ ਗਏ, ਲੇਕਿਨ ਰੀਅਲ ਲਾਈਫ ਸਿਚੁਏਸ਼ਨ ਦੇ ਵਿੱਚ, ਸਾਡੀ ਅਸਲ ਜ਼ਿੰਦਗੀ ਦੇ ਵਿੱਚ, ਅਸਲ ਜ਼ਿੰਦਗੀ ਦੀਆਂ ਹਾਲਾਤਾਂ ਦੇ ਵਿੱਚ ਸਾਨੂੰ ਪੀਸਿਸ ਨਹੀਂ ਦਿੱਤੇ ਜਾਂਦੇ, ਸਾਡੇ ਕੋਲ ਪੀਸਿਸ ਨਹੀਂ ਹੁੰਦੇ। ਸਾਨੂੰ ਸਿਰਫ ਐਜ਼ਿਊਮ ਕਰਨੇ ਪੈਂਦੇ ਨੇ, ਜਸਟ ਐਜ਼ਿਊਮ ਦੇ ਆਰ ਦੇਅਰ। ਸਾਨੂੰ ਐਜ਼ਿਊਮ ਕਰਨੇ ਪੈਂਦੇ ਨੇ ਕਿ ਉਹ ਹੈਗੇ ਨੇ, ਕਿ ਇਸ ਤਰ੍ਹਾਂ ਹਾਲਾਤ ਨੇ, ਤਾਂ ਸਾਨੇ ਇਸ ਤਰ੍ਹਾਂ ਦਾ ਕੋਈ ਫੈਸਲਾ ਲੈਣਾ ਹੈ, ਤਾਂ ਅਸੀਂ ਐਜ਼ਿਊਮ ਕਰ ਲੈਂਦੇ ਹਾਂ। ਵੀ ਐਜ਼ਿਊਮ ਸਰਟਨ ਪਰਸੈਪਸ਼ਨ, ਕੌਨਸੈਪਟਸ ਐਂਡ ਬਾਊਂਡਰੀਜ਼। ਤਾਂ ਅਸੀਂ ਐਜ਼ਿਊਮ ਕਰਦੇ ਹਾਂ, ਅਸੀਂ ਮੰਨ ਲੈਂਦੇ ਹਾਂ ਕੁਛ ਪਰਸੈਪਸ਼ਨ। ਪਰਸੈਪਸ਼ਨ ਦਾ ਮਤਲਬ ਹੁੰਦੀ ਹੈ ਕੋਈ ਅਸੀਂ ਧਾਰਨਾ ਧਾਰ ਲੈਂਦੇ ਹਾਂ, ਅਤੇ ਦੂਸਰੇ ਕੌਨਸੈਪਟ, ਕੌਨਸੈਪਟ ਦਾ ਮਤਲਬ ਹੁੰਦਾ ਹੈ ਕੋਈ ਸਾਡੇ ਅੰਦਰ ਕੋਈ ਸੰਕਲਪ ਹੁੰਦੇ ਨੇ, ਕੁਛ ਕੌਨਸੈਪਟਸ ਹੁੰਦੇ ਨੇ ਬਣੇ ਹੋਏ, ਐਂਡ ਬਾਊਂਡਰੀਜ਼, ਅਤੇ ਸਾਡੀਆਂ ਕੁਛ ਸੀਮਾਵਾਂ ਹੁੰਦੀਆਂ ਨੇ, ਸੀਮਾਵਾਂ, ਕਿ ਅਸੀਂ ਉਹ ਸੀਮਾ ਤੋਂ ਬਾਹਰ ਨਹੀਂ ਜਾ ਸਕਦੇ। ਤਾਂ ਇਹ 3 ਚੀਜ਼ਾਂ ਦੇ ਨਾਲ ਅਸੀਂ ਕਿਸੇ ਵੀ ਸਮੱਸਿਆ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਲੌਜੀਕਲ ਥਿੰਕਿੰਗ ਦੇ ਨਾਲ, ਕਿ ਸਾਡੀ ਕੋਈ ਪਰਸੈਪਸ਼ਨ ਹੁੰਦੀ ਹੈ, ਉਸ ਪ੍ਰੋਬਲਮ ਦੇ ਪ੍ਰਤੀ ਸਾਡੀ ਕੋਈ ਧਾਰਨਾ ਹੁੰਦੀ ਹੈ, ਉਸ ਪ੍ਰੋਬਲਮ ਦੇ ਪ੍ਰਤੀ ਕੋਈ ਸੰਕਲਪ ਹੁੰਦਾ ਹੈ, ਅਤੇ ਉਸ ਪ੍ਰੋਬਲਮ ਦੀਆਂ ਕੁਝ ਸੀਮਾਵਾਂ ਹੁੰਦੀਆਂ ਨੇ। ਸਾਨੂੰ ਇਹ ਤਿੰਨੇ ਚੀਜ਼ਾਂ ਅਸੀਂ ਉਹ ਦਿਮਾਗ 'ਚ ਬਿਠਾਉਂਦੇ ਹਾਂ, ਫਿਰ ਅਸੀਂ ਉਸ ਪ੍ਰੋਬਲਮ ਦਾ ਸੋਲੂਸ਼ਨ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਵਿਦ ਦਾ ਹੈਲਪ ਆਫ ਲੌਜੀਕਲ ਥਿੰਕਿੰਗ। ਪਰ ਹੁਣ ਅੱਗੇ ਕੀ ਐਡਵਰਡ ਡੀ ਬੋਨੋ ਕਹਿ ਰਹੇ ਨੇ, ਕਹਿੰਦੇ ਵਨ ਇਜ਼ ਆਲਵੇਜ਼ ਕਨਫਿਊਜ਼ਿੰਗ ਕੰਡੀਸ਼ਨਡ ਥਿੰਕਿੰਗ ਵਿਦ ਕ੍ਰੀਏਟਿਵ ਥਿੰਕਿੰਗ। ਕਹਿੰਦੇ ਕੋਈ ਵੀ ਇਨਸਾਨ ਆਮ ਤੌਰ 'ਤੇ ਕਨਫਿਊਜ਼ ਹੋ ਜਾਂਦਾ ਹੈ, ਉਹ ਥੋੜ੍ਹਾ ਜਿਹਾ ਪਜ਼ਲ ਜਿਹਾ ਹੋ ਜਾਂਦਾ ਹੈ ਕੰਡੀਸ਼ਨ ਥਿੰਕਿੰਗ ਨੂੰ ਕ੍ਰੀਏਟਿਵ ਥਿੰਕਿੰਗ ਦੇ ਨਾਲ, ਕਿ ਉਸ ਨੂੰ ਪਤਾ ਨਹੀਂ ਲੱਗਦਾ ਕਿ ਕੰਡੀਸ਼ਨ ਥਿੰਕਿੰਗ ਕੀ ਚੀਜ਼ ਹੈ ਅਤੇ ਕ੍ਰੀਏਟਿਵ ਥਿੰਕਿੰਗ ਕੀ ਚੀਜ਼ ਹੈ। ਹੁਣ ਸਾਨੂੰ ਪਤਾ ਹੈ ਕਿ ਕੰਡੀਸ਼ਨ ਥਿੰਕਿੰਗ ਤਾਂ ਸਾਡੀ ਆਹੀ ਜਿਹੜੀ ਅਸੀਂ ਉੱਪਰ ਗੱਲ ਕਰ ਰਹੇ ਹਾਂ ਲੌਜੀਕਲ ਥਿੰਕਿੰਗ ਹੈ, ਅਤੇ ਕ੍ਰੀਏਟਿਵ ਥਿੰਕਿੰਗ ਕੀ ਅਸੀਂ ਪਹਿਲਾਂ ਪੜ੍ਹ ਚੁੱਕੇ, ਇਟ ਇਜ਼ ਲੇਟਰਲ ਥਿੰਕਿੰਗ। ਤਾਂ ਕਈ ਵਾਰੀ ਇਨਸਾਨ ਕੀ ਕਰਦਾ ਹੈ ਕਿ ਇਹਨਾਂ ਦੋਨਾਂ ਦੇ ਵਿੱਚ ਫਰਕ ਨੂੰ ਸਮਝ ਨਹੀਂ ਪਾਉਂਦਾ। ਡੀ ਬੋਨੋ explains that lateral thinking is concerned not with playing with the existing pieces but with seeking to change those very pieces। ਤਾਂ ਇਹ ਲਾਈਨ ਦੇ ਵਿੱਚ ਡੀ ਬੋਨੋ ਕਹਿੰਦੇ ਨੇ, ਉਹ ਐਕਸਪਲੇਨ ਕਰਦੇ ਨੇ, ਵਰਣਨ ਕਰਦੇ ਨੇ ਕਿ ਜਿਹੜੀ ਲੇਟਰਲ ਥਿੰਕਿੰਗ ਹੈ, ਇਹ ਸਿਰਫ ਸਾਡੇ ਕੋਲ ਜਿਹੜੇ ਐਗਜ਼ਿਸਟਿੰਗ ਪੀਸਿਸ ਹੁੰਦੇ ਨੇ, ਜੋ ਸਾਡੇ ਕੋਲ ਇਹ ਚੀਜ਼ਾਂ ਹੁੰਦੀਆਂ ਨੇ, ਜੋ ਪਹਿਲਾ ਨਾਮ ਦੱਸਿਆ ਗਿਆ ਪਰਸੈਪਸ਼ਨ, ਕੌਨਸੈਪਟਸ ਐਂਡ ਬਾਊਂਡਰੀਜ਼, ਉਹ
ਤਾਂ ਹੁੰਦੇ ਨੇ, ਸਿਰਫ ਅਸੀਂ ਉਹਨਾਂ ਨਾਲ ਹੀ ਪਲੇ ਨਹੀਂ ਕਰਨਾ ਹੁੰਦਾ, ਸਾਨੇ ਸਿਰਫ ਉਹਨਾਂ ਨੂੰ ਹੀ ਚੀਜ਼ਾਂ ਨੂੰ ਦਿਮਾਗ 'ਚ ਨਹੀਂ ਬਿਠਾਉਣਾ ਹੁੰਦਾ, ਪਰ ਸਾਨੂੰ ਕੀ ਕਰਨਾ ਪੈਂਦਾ ਹੈ, ਸੀਕਿੰਗ ਟੂ ਚੇਂਜ ਦੋਜ਼ ਵੈਰੀ ਪੀਸਿਸ, ਸਾਨੂੰ ਉਹਨਾਂ ਪੀਸਿਸ ਨੂੰ, ਆਹੀ ਵਾਲੀਆਂ ਚੀਜ਼ਾਂ ਨੂੰ, ਪਰਸੈਪਸ਼ਨ, ਕਨਸੈਪਟਸ ਐਂਡ ਬਾਉਂਡਰੀਜ਼, ਇਹਨਾਂ ਦੇ ਵਿੱਚ ਸਾਨੂੰ ਕੋਈ ਚੇਂਜ ਲਿਆਉਣਾ ਪੈਂਦਾ। ਤਾਂ ਇਹ ਗੱਲ ਸਮਝਣ ਵਾਲੀ ਬੇਟਾ ਕਿ ਦੋਨਾਂ ਕੰਡੀਸ਼ਨਸ ਦੇ ਵਿੱਚ, ਲੌਜੀਕਲ ਥਿੰਕਿੰਗ ਦੇ ਵਿੱਚ ਅਤੇ ਲੇਟਰਲ ਥਿੰਕਿੰਗ ਦੇ ਵਿੱਚ, ਇਹ ਸਾਰੀਆਂ ਚੀਜ਼ਾਂ ਯੂਜ਼ ਹੁੰਦੀਆਂ ਨੇ। ਪਰਸੈਪਸ਼ਨ ਯੂਜ਼ ਹੁੰਦੀ ਹੈ, ਕਨਸੈਪਟ ਯੂਜ਼ ਹੁੰਦਾ ਹੈ, ਬਾਉਂਡਰੀਜ਼ ਯੂਜ਼ ਹੁੰਦੀਆਂ ਨੇ। ਲੇਕਿਨ ਅਸੀਂ ਲੌਜੀਕਲ ਥਿੰਕਿੰਗ 'ਚ ਕੀ ਕਰਦੇ ਹਾਂ, ਪਰਸੈਪਸ਼ਨ, ਕਨਸੈਪਟਸ ਅਤੇ ਬਾਉਂਡਰੀਜ਼ ਨੂੰ ਐਜ਼ ਇਟ ਇਜ਼ ਜਿਹੋ ਜਿਹੀਆਂ ਹੈਗੀਆਂ ਨੇ, ਉਹੀ ਪਰੰਪਰਾਗਤ ਜੋ ਸਾਡੇ ਪਹਿਲਾਂ ਤੋਂ ਚੱਲਦਾ ਆ ਰਿਹਾ ਹੈ, ਜਿਵੇਂ ਸਾਰੇ ਲੋਕ ਸੋਚਦੇ ਹਾਂ, ਅਸੀਂ ਉਸੇ ਤਰੀਕੇ ਨਾਲ ਇਸ ਨੂੰ ਸੋਚਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਪ੍ਰੋਬਲਮ ਦਾ ਸੋਲੂਸ਼ਨ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਲੇਕਿਨ ਲੇਟਰਲ ਥਿੰਕਿੰਗ ਦੇ ਵਿੱਚ ਕੀ ਹੁੰਦਾ ਹੈ, ਸਾਨੂੰ ਆਹੀ ਚੀਜ਼ਾਂ, ਪਰਸੈਪਸ਼ਨ, ਕਨਸੈਪਟਸ ਐਂਡ ਬਾਉਂਡਰੀਜ਼ ਦੇ ਵਿੱਚ ਥੋੜ੍ਹੀ ਚੇਂਜ ਲਿਆਉਣੀ ਪੈਂਦੀ ਹੈ। ਤਾਂ ਇਹ ਜਿਹੜੀ ਚੇਂਜ ਹੈ ਨਾ, ਇਹੀ ਮਤਲਬ ਰੂਟ ਵਰਡ ਹੈ ਸਾਡੀ ਲੇਟਰਲ ਥਿੰਕਿੰਗ ਦਾ। ਸਾਨੂੰ ਚੇਂਜ ਲਿਆਉਣਾ ਪੈਂਦਾ ਇਹਨਾਂ ਚੀਜ਼ਾਂ 'ਚ। ਤਾਂ ਲਾਸਟ ਲਾਈਨ ਇਹੀ ਕਹੀ ਹੈ ਕਿ ਇਟ ਇਜ਼ ਕੰਸਰਨਡ ਵਿਦ ਦਾ ਪਰਸੈਪਸ਼ਨ ਪਾਰਟ ਆਫ ਥਿੰਕਿੰਗ। ਤਾਂ ਸਾਡਾ ਜਿਹੜਾ ਥਿੰਕਿੰਗ ਦਾ ਪਰਸੈਪਸ਼ਨ ਪਾਰਟ ਹੈ, ਜੋ ਸਾਡੀ ਥਿੰਕਿੰਗ ਦੀ ਧਾਰਨਾ ਹੈ, ਅਸੀਂ ਕਿਸ ਤਰ੍ਹਾਂ ਸੋਚਦੇ ਹਾਂ, ਉਸ ਧਾਰਨਾ ਦੇ ਵਿੱਚ ਇਸ ਨਾਲੇਜ ਦਾ ਕੰਸਰਨ ਹੁੰਦਾ ਹੈ। ਸਾਨੂੰ ਉਸ ਪਰਸੈਪਸ਼ਨ ਪਾਰਟ ਦੇ ਵਿੱਚ, ਥਿੰਕਿੰਗ ਦੇ ਪਰਸੈਪਸ਼ਨ ਪਾਰਟ ਦੇ ਵਿੱਚ ਸਾਨੂੰ ਚੇਂਜ ਲਿਆਉਣੀ ਪੈਂਦੀ ਹੈ। ਤਾਂ ਉਮੀਦ ਹੈ ਬੱਚਿਓ ਕਿ ਤੁਹਾਨੂੰ ਇਹ ਚੈਪਟਰ ਦੇ ਵਿੱਚ ਜੋ ਲੇਟਰਲ ਥਿੰਕਿੰਗ ਦਾ ਕਨਸੈਪਟ ਆਇਆ ਹੈ ਉਹ ਪੂਰਾ ਸਮਝ ਆ ਗਿਆ ਹੋਣਾ। ਤੁਹਾਨੂੰ ਇਹ ਵੀ ਪਤਾ ਲੱਗ ਗਿਆ ਹੋਣਾ ਕਿ ਲੇਟਰਲ ਥਿੰਕਿੰਗ ਸਾਡੀ ਕਨਵੈਨਸ਼ਨਲ ਲੌਜੀਕਲ ਥਿੰਕਿੰਗ ਨਾਲੋਂ ਕਿਸ ਤਰ੍ਹਾਂ ਡਿਫਰੈਂਟ ਹੈ। ਇਸ ਚੈਪਟਰ ਨੂੰ ਅਸੀਂ ਕਰਦੇ ਹੋਏ ਗਲੋਸਰੀ ਦੇ ਕਾਫੀ ਵਰਡਸ, ਆਲਮੋਸਟ ਸਾਰੇ ਵਰਡ ਜੋ ਇਸ ਚੈਪਟਰ 'ਚ ਹੈ, ਜਿਵੇਂ ਫੈਂਸੀਡ, ਫੋਗੋ, ਪ੍ਰੋਵੀਡੈਂਸ, ਕੋਲੈਟਰਲ, ਪੈਬਲ, ਸਟੂਨ, ਪਾਊਂਡਰ, ਡਿਲੇਮਾ, ਇਹ ਸਾਰੇ ਵਰਡਸ ਅਸੀਂ, ਫੰਬਲ, ਇਹ ਜਿੰਨੇ ਵੀ ਵਰਡਸ ਇਸ ਚੈਪਟਰ ਦੇ ਵਿੱਚ ਆਏ ਹੈ, ਅਸੀਂ ਇਹ ਸਾਰੇ ਚੈਪਟਰ ਦੇ ਵਰਡਸ ਕਵਰ ਕਰ ਚੁੱਕੇ। ਅੱਜ ਅਸੀਂ ਲੇਟਰਲ ਥਿੰਕਿੰਗ ਦਾ ਜਿਹੜਾ ਹੁਣੀ ਅਸੀਂ ਬਹੁਤ ਹੀ ਤਰੀਕੇ ਨਾਲ ਪੜ੍ਹਿਆ। ਬੀ ਆਲ ਦਾ ਰੇਜ ਤੁਸੀਂ ਦੇਖਿਆ ਹੋਣਾ, ਫਰੇਜ਼ ਆਇਆ, ਮੈਂ ਤੁਹਾਨੂੰ ਇਸ ਦਾ ਲਿਖ ਕੇ ਵੀ ਆਨਸਰ ਦਿੱਤਾ। ਸਟਰੋਲ ਅਤੇ ਐਡਵਰਡ ਡੀ ਬੋਨੋ ਦੇ ਬਾਰੇ ਆਪਾਂ ਸ਼ੁਰੂ ਦੇ ਵਿੱਚ ਪੜ੍ਹ ਚੁੱਕੇ ਸੀ। ਤਾਂ ਅਸੀਂ ਸਾਰੀ ਗਲੋਸਰੀ ਕਵਰ ਕਰ ਲਈ ਹੈ ਅਤੇ ਤੁਸੀਂ ਹੁਣ ਬਾਕੀ ਕੰਮ ਕਰਨਾ ਹੈ, ਤੁਸੀਂ ਇਸ ਗਲੋਸਰੀ ਨੂੰ ਆਪਣੀ ਨੋਟਬੁੱਕਸ 'ਤੇ ਨੋਟ ਕਰਨਾ ਹੈ, ਚੰਗੀ ਤਰ੍ਹਾਂ ਚੈਪਟਰ ਦੀ ਰੀਡਿੰਗ ਕਰਨੀ ਹੈ। ਜੇਕਰ ਤੁਹਾਨੂੰ ਇੱਕ ਵਾਰੀ ਚੈਪਟਰ ਨਹੀਂ ਸਮਝ ਆਉਂਦਾ ਤਾਂ ਤੁਸੀਂ ਦੁਬਾਰਾ ਇਸ ਦੀ ਰੀਡਿੰਗ ਕਰੋ, ਬਿਕੋਜ਼ ਜੇਕਰ ਤੁਹਾਨੂੰ ਚੈਪਟਰ ਨਾ ਸਮਝ ਆਇਆ ਤਾਂ ਫਿਰ ਇਸ ਦੀਆਂ ਐਕਸਰਸਾਈਜ਼ਿਜ਼ ਜਾਂ ਟੈਕਸਚੁਅਲ ਕੁਐਸਚਨ ਆਨਸਰਸ ਕਰਨੇ ਔਖੇ ਹੋ ਜਾਣਗੇ। ਤਾਂ ਉਮੀਦ ਹੈ ਬੱਚਿਓ ਤੁਹਾਨੂੰ ਸਾਰਾ ਚੈਪਟਰ ਸਮਝ ਆ ਗਿਆ ਹੋਵੇਗਾ। ਅਸੀਂ ਨੈਕਸਟ ਲੈਕਚਰ ਦੇ ਵਿੱਚ ਅਸੀਂ ਇਸ ਦੇ ਜੋ ਕੁਐਸਚਨ ਆਨਸਰਸ ਹੈ ਉਹਨਾਂ ਨੂੰ ਕਵਰ ਕਰਾਂਗੇ। ਓਕੇ ਜੀ।